का काम किन्ने क महीने प्रभावित हो गया, नुकसान किन्ने क महीने तो हो रहा है? नुकसान तो ये 6 महीने से लगातार है और ये 6 महीने का इफेक्ट आने वाले एशियन गेम में पड़ेगा, आने वाले ओलंपिक में पड़ेगा। आप सभी देखोगे स्टेट लेवल के भी कंपटीशन होता, स्टेट लेवल के मुकाबले हो गए। स्टेट लेवल के कैसे होंगे जब नेशनल डेट रखती है, उसके साथ स्टेट डेट रखता है, उसके साथ डिस्ट्रिक्ट भी प्रभावित हैं, स्टेट भी प्रभावित हैं और नेशनल भी प्रभावित है। बहुत सारा देश इन्हीं के इंतज़ार में है कब नेशनल चैंपियनशिप हो। पहलवान होंगे वो कंटिन्यू अखाड़े नाल जुड़े रहंदे आ। 6 महीने जंतर मंतर ते बड़े इंडिया के खिडारी उत्थे रहे, ਉਹਦੇ ਨਾਲ भी नुकसान होएगा क्योंकि फिजिकली नित अखाड़े होना जरूरी। जो धरने पे बैठे हैं उन लड़कों का बहुत ज़्यादा नुकसान हुआ है, उनकी एक दिन की ट्रेनिंग भी नहीं हुई। उनको देख के जो दूसरे लड़के भी धरने पे गए हैं उनका भी नुकसान हुआ है। जो एशियन गेम्स, नेशनल गेम्स, वर्ल्ड चैम्पियनशिप और वर्ल्ड चैम्पियनशिप छोटी नहीं, ओलंपिक क्वालिफाइंग टूर्नामेंट है। अगर इसमें हमारे स्टैंडर्ड के लड़के जो डिज़र्व करते हैं, जो लड़के 10-10 साल से प्रैक्टिस करते हैं कि कब आएंगे एशियन गेम्स, कब आएगा ओलंपिक्स, उसकी तैयारियां कर रहे हैं। हम ये चाहते हैं ये सिलेक्शन ट्रायल सीनियर नेशनल चैम्पियनशिप करवाए जाएं ताकि हमारे देश के पहलवानों का भला हो, हमारे सिलेक्शन क्राइटेरिया का सिस्टम सही हो। जिस तरीके ਦੇ ਨਾਲ ਸਵੇਰੇ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਸੁਖਜਿੰਦਰ ਰੰਧਾਵਾ ਦੇ ਵੱਲੋਂ ਕਿ ਜੇਕਰ ਭੇਜਣਾ ਹੈ ਤੇ ਨੋਟਿਸ ਭੇਜੋ, ट्वीट करके कोई फायदा नहीं है। हुण मुख मंत्री साहब ने एक नोटिस भी भेज दिता है, कहते कि अंसारी दे मामले दे विच सारा पैसा जिन्ना है वो तुहानू भरना पेगा क्योंकि तुसीं लैके आए सी उन्हां नूं। हुण जिहड़ा ये मुद्दा अंसारी दा चुक रहे ने, पंजाब दे विच किस तरह दे नाल टीचरां कच्चे टीचरां दे नाल जिहड़े सीगे उन्हां नाल किद्दां धक्का कीता गया, चुन्नियां फाड़ियां गईयां, पग्गां उतार दित्तियां गईयां। हुण उस मुद्दे नूं लुकाउण वास्ते एक नवां होर ढोंग रचिया जा रिहा कि अंसारी दा मुद्दा चुक लईए। ਜਦੋਂ ਕੁਛ ਨਹੀਂ ਲੱਭਦਾ ਕਿਸੇ ਨਾ ਕਿਸੇ ਤਰ੍ਹਾਂ ਨੂੰ ਕਾਂਗਰਸੀਆਂ ਨੂੰ ਹਰਾਸ ਕਰਨ ਵਾਸਤੇ ਪੰਜਾਬ ਦੇ ਲੋਕਾਂ ਨੂੰ ਭੜਕਾਇਆ ਜਾਂਦਾ। ਇਸੇ ਬੇਸਿਸ ਤੇ ਆਲਰੇਡੀ ਸਾਡੇ ਸੁਖਜਿੰਦਰ ਰੰਧਾਵਾ ਜੀ ਪਾਰਟੀ ਦੇ ਕਹਿ ਚੁੱਕੇ ਨੇ ਕਿ ਵੈਸੇ ਤੇ ਸਟੇਟਮੈਂਟ ਗਲਤ ਦੱਸ ਰਹੇ ਨੇ, 52 ਲੱਖ ਦੀ ਜਗ੍ਹਾ ਉਹਦਾ 17 ਲੱਖ ਰੁਪਏ ਦੇ ਤਕਰੀਬਨ ਖਰਚਾ ਹੈਗਾ। ਪਹਿਲੇ ਤੇ ਉਹ ਜਸਟੀਫਾਈ ਕਰਨ ਸਹੀ ਤਰੀਕੇ ਨਾਲ ਕਿਹੜਾ ਕਲਚਰ ਪ੍ਰੋਵਾਈਡ ਕਰਾਇਆ। ਤੁਹਾਡੇ ਸਤਿੰਦਰ ਜੈਨ ਦਾ ਤੇ ਪਹਿਲੇ ਹੀ ਪਰਚਾ ਸਾਰਾ ਚਿੱਠਾ ਬਾਹਰ ਆ ਗਿਆ ਜਦੋਂ ਤਿਹਾੜ ਜੇਲ੍ਹ ਦੇ ਵਿੱਚ ਅੰਦਰ ਜਿਹੜੇ ਹੈਗੇ ਮੁਹੱਲਾ ਤਿਹਾੜ ਕਲੀਨਿਕ ਦੇ ਅੰਦਰ ਆਮ ਆਦਮੀ ਕਲੀਨਿਕ ਖੋਲ੍ਹੇ ਤੁਸੀਂ ਜੇਲ੍ਹ ਦੇ ਅੰਦਰ, ਉੱਥੇ ਉਹਨਾਂ ਦੇ ਮਸਾਜ ਚੱਲ ਰਹੇ ਨੇ, ਸਪਾ ਚੱਲ ਰਿਹਾ, ਪਤਾ ਨਹੀਂ ਕੀ ਚੱਲ ਰਿਹਾ। ਇਹ ਤਾਂ ਸਾਰੇ ਲੋਕਾਂ ਨੇ ਦੇਖਿਆ। ਪ੍ਰਾਈਵੇਟ ਵਕੀਲ ਤਾਂ ਤਦ ਵੀ ਹੁੰਦੇ ਰਹੇ ਨੇ ਨਾ, ਵੱਡੇ ਉਹਨਾਂ ਦੇ ਖਰਚੇ ਵੀ ਨਿਕਲਦੇ ਰਹੇ ਨੇ। ਪਰ ਮੈਡਮ ਸਿਰਫ ਔਰ ਸਿਰਫ ਜੈਨੂਅਨ ਲੋਕਾਂ ਦੇ ਮੁੱਦੇ ਤੇ ਜਿੱਥੇ ਵਾਕਈ ਲੱਗੇ ਕਿ ਪੰਜਾਬ ਦੇ ਹਿੱਤ ਲਈ ਕੰਮ ਹੁੰਦਾ ਪਿਆ, ਫਿਰ ਜਾ ਕੇ ਕਾਂਗਰਸ ਨੂੰ ਜਦੋਂ ਕੋਈ ਲੱਗੇ ਕਿ ਹੁਣ ਕੋਈ ਸਾਧਨ ਨਹੀਂ ਬਚਿਆ, ਫਿਰ ਇਹ ਡਿਸੀਜਨ ਲਈ ਜਾਂਦੇ। ਇੱਦਾਂ ਨਹੀਂ ਅਵੈਧ ਢੰਗ ਨਾਲ ਕੰਮ ਕਰਾਉਣ ਵਾਸਤੇ ਕਦੀ ਨਜਾਇਜ਼ ਪੈਸਾ ਦਾ ਪੰਜਾਬ ਦੇ ਸੂਬੇ ਦਾ ਖਰਚ ਨਹੀਂ ਕੀਤਾ ਗਿਆ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਖਰਚ ਕਰ ਰਹੀ ਹੈ। ਜਿੱਥੇ ਅੱਜ ਵੀ ਪੰਜਾਬ ਦੇ ਵਿੱਚ ਮਾਈਨਿੰਗ ਦਾ ਇੰਨਾ ਬੁਰਾ ਹਾਲ ਹੋਇਆ ਪਿਆ ਕਿ ਆਂਦੇ ਇਹਨਾਂ ਨੇ ਪੰਜਾਬ ਦੇ ਵਿੱਚ ਮਾਈਨਿੰਗ ਇੰਡਸਟਰੀ ਨੂੰ ਬਿਲਕੁਲ ਜ਼ੀਰੋ ਕਰ ਦਿੱਤਾ ਔਰ ਇਹੀ ਹਾਲ ਰਿਹਾ। ਇਹ ਵੀ ਜਵਾਬ ਦੇ ਦੇਣ ਘੱਟੋ ਘੱਟ 80 ਤੋਂ 90 ਲੱਖ ਰੁਪਏ ਜਿਹੜਾ ਉਹਨਾਂ ਵਕੀਲਾਂ ਦੇ ਖਰਚੇ ਆ, ਉਹ ਪੈਸਾ ਕਿੱਥੇ ਹੈ। ਗੋਆ ਦੇ ਵਿੱਚ ਇੱਕ ਲੈਂਡ ਹੈ, ਉਹਦੇ ਵੀ ਬੜਾ ਇਸ ਵਕਤ ਵਿਵਾਦਾਂ ਦੇ ਵਿੱਚ ਹੈਗੀ ਹੈ। ਕੀ ਲੱਗਦਾ ਕਿ ਸਾਰੇ ਇਲਜ਼ਾਮਾਤ ਜਿਹੜੇ ਨੇ ਉਹ ਕਾਂਗਰਸ ਦੇ ਉੱਤੇ ਹੀ ਕਿਉਂ ਆ ਰਹੇ ਨੇ? ਦੇਖੋ ਹੋਰ ਕੋਈ ਚਾਰਾ ਨਹੀਂ ਬਚਿਆ ਇਹਨਾਂ ਕੋਲੋਂ। ਰੀਸੈਂਟ ਪੰਜਾਬ ਦੇ ਵਿੱਚ ਸਾਡੀ ਹੁਣੇ ਸਰਕਾਰ ਹੋ ਕੇ ਹਟੀ ਹੈ, ਠੀਕ ਹੈ ਜੀ, ਔਰ ਜਿਸ ਤਰ੍ਹਾਂ ਦੇ ਨਾਲ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਵਾਸਤੇ ਪੰਜਾਬ ਦੇ ਵਿੱਚ ਕਾਂਗਰਸ ਦੇ ਉੱਤੇ ਤਾਵਾ ਤੋੜਦੇ ਹੋਏ ਨਜ਼ਰ ਆ ਰਹੇ ਨੇ। ਜਿਨਸੀ ਸ਼ੋਸ਼ਣ ਮਾਮਲੇ ਤੋਂ ਬਾਅਦ ਪੰਜਾਬ ਤੇ ਭਾਰਤ ਦੇ ਪਹਿਲਵਾਨਾਂ ਦਾ ਜੋ ਮਾਨਸਿਕ ਪਰੇਸ਼ਾਨੀਆਂ ਵੱਧ ਗਈਆਂ ਸਨ, ਪਰ ਹੁਣ ਮਾਨਸਿਕ ਪਰੇਸ਼ਾਨੀਆਂ ਤੋਂ ਨਿਕਲਣ ਵਾਸਤੇ ਜਾਂ ਫਿਰ ਇੰਡੀਆ ਦੀ ਕੁਸ਼ਤੀ ਨੂੰ ਪੈਰਾਂ ਸਿਰ ਕਰਨ ਵਾਸਤੇ ਕੁਝ ਜਿਹੜੇ ਹੈਗੇ ਅਹੁਦੇਦਾਰ ਨੇ ਐਸੋਸੀਏਸ਼ਨਾਂ ਦੇ, ਉਹਨਾਂ ਨੇ ਉਪਰਾਲੇ ਕੀਤੇ ਨੇ ਕਿ ਬਕਾਇਦਾ ਗੇਮ ਕਰਾਈ ਜਾਵੇ, ਕੈਂਪ ਲੱਗਣ ਤੇ ਪਹਿਲਾਂ ਕੌਮੀ ਪੱਧਰ ਦੇ ਮੁਕਾਬਲੇ ਹੋਣ। ਉਹ ਕਹਿਣ ਵਾਸਤੇ ਪ੍ਰੈਸ ਕਲੱਬ ਪਹੁੰਚੇ ਨੇ ਕੁਝ ਅਹੁਦੇਦਾਰ। ਮੇਰੇ ਨਾਲ ਨੇ ਰਣਵੀਰ ਸਿੰਘ ਕੁੰਡੂ ਜੋ ਜਨਰਲ ਸੈਕਟਰੀ ਨੇ ਪੰਜਾਬ ਰੈਸਲਿੰਗ ਐਸੋਸੀਏਸ਼ਨ ਦੇ। ਗੱਲ ਕਰਦੇ ਹਾਂ ਕੁੰਡੂ ਸਾਹਿਬ, ਮੇਨ ਅੱਜ ਦਾ ਮਕਸਦ ਕੀ ਹੈ ਤੁਹਾਡਾ? मकसद तो ये है जी, जो एशियन गेम्स, नेशनल गेम्स, वर्ल्ड चैम्पियनशिप और वर्ल्ड चैम्पियनशिप छोटी नहीं, ओलंपिक क्वालिफाइंग टूर्नामेंट है। अगर इसमें हमारे स्टैंडर्ड के लड़के जो डिज़र्व करते हैं, जो लड़के 10-10 साल से प्रैक्टिस करते हैं कि कब आएंगे एशियन गेम्स, कब आएगा ओलंपिक्स, उसकी तैयारियां कर रहे हैं। उसकी तैयारियों में पिछले 6 महीने में आपने सभी ने देखा है बहुत बुरा प्रभाव पड़ा है रेसलिंग पे। अब वो दोबारा उससे निकलना चाहते हैं और उसके निकलने का माध्यम दोबारा ना कंट्रोवर्सी हो। हम ये चाहते हैं ये सिलेक्शन ट्रायल सीनियर नेशनल चैम्पियनशिप करवाए जाएं ताकि हमारे देश के पहलवानों का भला हो, हमारे सिलेक्शन क्राइटेरिया का सिस्टम सही हो। अगर हम डायरेक्ट
ट्रायल करवाते हैं वो किसी पहलवान का भला नहीं करते। हमारे पहलवान, हमारे देश की पहलवानी को अगर डायरेक्ट ट्रायल हुए फिर हमारी पहलवानी दोबारा बर्बादी की तरफ जाएगी। स्टेट लेवल ਦੇ ਵੀ ਕੰਪੀਟੀਸ਼ਨ ਹੁੰਦਾ, स्टेट लेवल ਦੇ मुकाबले हो गए। स्टेट लेवल के कैसे होंगे जब नेशनल डेट रखती है, उसके साथ स्टेट डेट रखता है, उसके साथ डिस्ट्रिक्ट भी प्रभावित हैं, स्टेट भी प्रभावित हैं और नेशनल भी प्रभावित है। बहुत सारा देश इन्हीं के इंतज़ार में है कब नेशनल चैम्पियनशिप हो। जब नेशनल चैम्पियनशिप की डेट होगी फिर स्टेट चैम्पियनशिप की डेट आएंगी, जब स्टेट चैम्पियनशिप की डेट आएंगी फिर डिस्ट्रिक्ट चैम्पियनशिप की डेट्स आएंगी। तो सारा देश उलझा दिया है। उनके डिस्ट्रिक्ट लेवल, नेशनल लेवल, स्टेट लेवल सभी बंद पड़े हैं। कुश्ती का काम किन्ने क महीने प्रभावित हो गया, नुकसान किन्ने क महीने तो हो रहा है? नुकसान तो ये 6 महीने से लगातार है और ये 6 महीने का इफेक्ट आने वाले एशियन गेम में पड़ेगा, आने वाले ओलंपिक में पड़ेगा। आप सभी देखोगे कि इसका बहुत बुरा प्रभाव है और ज़्यादा प्रभाव बुरा ना पड़े, इसी को रोकने के लिए हम ये प्रार्थना करने आए हैं कि आप सिलेक्शन ट्रायल थ्रू नेशनल चैंपियनशिप करवाइए। ਜਿਹੜੇ ਪਹਿਲਵਾਨ ਹੁੰਦੇ ਆ ਉਹ ਕੰਟੀਨਿਊ ਅਖਾੜੇ ਨਾਲ ਜੁੜੇ ਰਹਿੰਦੇ ਆ। 6 ਮਹੀਨੇ ਜੰਤਰ ਮੰਤਰ ਤੇ ਵੱਡੇ ਇੰਡੀਆ ਦੇ ਖਿਡਾਰੀ ਉੱਥੇ ਰਹੇ, ਉਹਦੇ ਨਾਲ ਵੀ ਨੁਕਸਾਨ ਹੋਏਗਾ ਕਿਉਂਕਿ ਫਿਜ਼ੀਕਲੀ ਨਿਤ ਅਖਾੜੇ 'ਚ ਹੋਣਾ ਜ਼ਰੂਰੀ। जो धरने पे बैठे हैं उन लड़कों का बहुत ज़्यादा नुकसान हुआ है। उनकी एक दिन की ट्रेनिंग भी नहीं हुई, उनको देख के जो दूसरे लड़के भी धरने पे गए हैं उनका भी नुकसान हुआ है। आगे नुकसान ना हो, आगे पहलवानी प्रभावित ना हो, इसके लिए हमने ये उपराला किया। ਜਿਹੜਾ ਸੈਕਸ਼ੂਅਲ ਹਰਾਸਮੈਂਟ ਵਾਲਾ ਕੇਸ ਹੋਇਆ ਸੀ ਉਹ 'ਚ ਲੱਗਦਾ ਕਿ ਸਰਕਾਰ ਕੁਝ ਕਰ ਰਹੀ ਹੈ। उसके बारे में मैं कुछ नहीं कह सकता, कोर्ट में केस है, हमें किसी का नहीं पता किसका दोष है, कितना दोष है, ये कोर्ट बताएगा दोष किसका है। ਏਸ਼ੀਅਨ ਗੇਮ ਹੋਏਗੀ, ਉਦੋਂ ਬਾਅਦ ਹੋਰ ਵੀ ਗੇਮਾਂ ਹੋਣਗੀਆਂ ਕੌਮਾਂਤਰੀ ਪੱਧਰ ਦੀਆਂ, ਕਦੋਂ ਹੋਣੀਆਂ ਨੇ ਏਸ਼ੀਅਨ ਗੇਮਸ? एशियन गेम्स तो है अक्टूबर में और लास्ट अक्टूबर और नवंबर में है गोवा नेशनल गेम्स। उससे पहले सितंबर में है वो ओलंपिक क्वालिफाइंग सीनियर वर्ल्ड रेसलिंग चैम्पियनशिप है। उसमें जो क्वालिफाई करेगा वो ओलंपिक के लिए क्वालिफाई करेगा। तो बहुत बड़े टूर्नामेंट हैं ये तीनों। अगर इसमें हमारी टीम ऐसे ही, क्योंकि अगर ओपन ट्रायल करते हैं 100% कंट्रोवर्सी पैदा होगी। केवल कंट्रोवर्सी बचाने के लिए हम आए हैं आपके सामने, इस कंट्रोवर्सी को बचाया जाए और सीनियर नेशनल चैंपियनशिप करवाई जाए। ਜੇਕਰ ਚੈਂਪੀਅਨਸ਼ਿਪ ਨਾ ਹੋਵੇ ਤਾਂ ਜਿਹੜੇ ਨਵੇਂ ਪਹਿਲਵਾਨ ਨੇ ਉਹਨਾਂ ਨੂੰ ਨਹੀਂ ਮੌਕਾ ਮਿਲੇਗਾ ਉੱਪਰ ਖੇਡਣ ਦਾ ਜਾਂ ਏਸ਼ੀਅਨ ਜਾਣ ਦਾ, ਇਹਦਾ ਵੀ ਨੁਕਸਾਨ ਹੋਏਗਾ। उनको मौका कैसे मिलेगा? अगर मौका मिल भी गया, 100 लड़के एक वेट में आ गए, लड़का एक सिलेक्ट हुआ तो 99 लड़के कहाँ जाएंगे? उनको ना मेरिट सर्टिफिकेट है, ना पार्टिसिपेशन सर्टिफिकेट है, ना ग्रेडेशन मिलेगी, ना एडमिशन मिलेगा, ना स्पॉन्सरशिप मिलेगी, ना कैश अवार्ड मिलेगा। कहाँ जाएंगे वो? ਨੌਕਰੀਆਂ ਤੇ ਵੀ ਅਸਰ ਪਏਗਾ, ਜਿਹੜੀ ਨੌਕਰੀ सारा असर पड़ेगा, बहुत असर पड़ेगा, बहुत असर पड़ेगा। ਕਰਦੇ ਹੋ ਤੁਸੀਂ ਇੰਡੀਆ ਦੀ ਸਰਕਾਰ ਨੂੰ? है जी, ਇੰਡੀਆ ਦੀ ਸਰਕਾਰ ਇਸ ਮਾਮਲੇ 'ਚ सरकार को ये प्रार्थना हाथ जोड़ के हमारे देश की कुश्ती को बचा लो, बचा लो हमारे देश की कुश्ती को, मत बर्बाद होने दो, मत बर्बाद करो देश की कुश्ती को। ਸੋ ਇਹ ਸਨ ਪਹਿਲਵਾਨ ਰਣਵੀਰ ਸਿੰਘ ਕੁੰਡੂ ਜਿਨ੍ਹਾਂ ਨੇ ਸਪਸ਼ਟ ਕਿਹਾ ਕਿ ਜੋ ਸੈਕਸ਼ੂਅਲ ਹਰਾਸਮੈਂਟ ਦਾ ਜਿਹੜਾ ਮਾਮਲਾ ਹੈ ਉਹਦੇ ਨਾਲ ਪਹਿਲਵਾਨਾਂ ਨੇ ਸੰਘਰਸ਼ ਸ਼ੁਰੂ ਕਰ ਦਿੱਤਾ। ਕੁਸ਼ਤੀ ਵੱਲ ਉਹਨਾਂ ਦਾ ਧਿਆਨ ਸਰਕਾਰ ਨੇ ਹਟਾ ਦਿੱਤਾ। ਜੇਕਰ ਤੁਰੰਤ ਕਾਰਵਾਈ ਕਰਦੀ ਸਰਕਾਰ ਤਾਂ ਇੰਨਾ ਨੁਕਸਾਨ ਨਹੀਂ ਸੀ ਹੋਣਾ। ਹੁਣ ਵੀ ਇਹਨਾਂ ਦਾ ਕਹਿਣਾ ਕਿ ਬਕਾਇਦਾ ਨੈਸ਼ਨਲ ਚੈਂਪੀਅਨਸ਼ਿਪ ਪਹਿਲਵਾਨਾਂ ਦੀ ਹੋਣੀ ਚਾਹੀਦੀ ਆ ਤਾਂ ਕਿ ਏਸ਼ੀਅਨ ਗੇਮਾਂ ਦੇ ਵਿੱਚ ਸਹੀ ਖਿਡਾਰੀਆਂ ਦੀ ਚੋਣ ਹੋ ਸਕੇ। ਪੰਜਾਬ ਅਤੇ ਭਾਰਤ ਦੀ ਕੁਸ਼ਤੀ ਨੂੰ ਪਿਛਲੇ 6 ਮਹੀਨਿਆਂ ਤੋਂ ਲਗਾਤਾਰ ਨੁਕਸਾਨ ਝੱਲਣਾ ਪੈ ਰਿਹਾ ਹੈ, ਪਰ ਕੁਝ ਕੌਮਾਂਤਰੀ ਪੱਧਰ ਦੇ ਪਹਿਲਵਾਨ ਇਹ ਗੱਲ ਕਹਿਣ ਲਈ ਸਾਹਮਣੇ ਆ ਰਹੇ ਨੇ ਕਿ ਪਹਿਲਾਂ ਨੈਸ਼ਨਲ ਚੈਂਪੀਅਨਸ਼ਿਪ ਹੋਵੇ, ਸਟੇਟ ਦੇ ਵੀ ਫਿਰ ਮੁਕਾਬਲੇ ਹੋਣ, ਜ਼ਿਲ੍ਹਾ ਲੈਵਲ ਤੇ ਵੀ ਮੁਕਾਬਲੇ ਹੋਣ ਤਾਂ ਕਿ ਨਵੇਂ ਪਹਿਲਵਾਨਾਂ ਨੂੰ ਕੌਮਾਂਤਰੀ ਤੇ ਕੌਮੀ ਪੱਧਰ ਤੇ ਖੇਡਣ ਦਾ ਮੌਕਾ ਮਿਲ ਸਕੇ। ਮੇਰੇ ਨਾਲ ਨੇ ਪਦਮ ਸ੍ਰੀ ਕਰਤਾਰ ਸਿੰਘ ਜੋ ਪੰਜਾਬ ਰੈਸਲਰ ਐਸੋਸੀਏਸ਼ਨ ਦੇ ਪ੍ਰਧਾਨ ਵੀ ਨੇ। ਇਹਨਾਂ ਨਾਲ ਗੱਲ ਕਰਦੇ ਹਾਂ ਕਿ ਇਹਨਾਂ ਨੇ ਕੁਝ ਲੈਟਰ ਲਿਖੇ ਨੇ ਉੱਪਰ ਤੱਕ ਤੇ ਕੀ ਕਹਿਣਾ ਚਾਹੁੰਦੇ ਨੇ। ਕਰਤਾਰ ਸਿੰਘ ਜੀ, ਕੀ ਕਹਿਣਾ ਚਾਹੁੰਦੇ ਤੁਸੀਂ ਕਿ ਲੈਟਰ ਵਗੈਰਾ ਵੀ ਲਿਖੇ ਨੇ? ਬਿਲਕੁਲ ਜੀ, ਅਸੀਂ ਚਾਹੁੰਦੇ ਹਾਂ ਕਿ ਜਿਹੜੇ ਨਵੇਂ ਬੱਚੇ ਆ 2-3 ਸਾਲਾਂ ਤੋਂ ਉੱਪਰ ਲੈਵਲ ਦੀ ਮਿਹਨਤ ਕਰ ਰਹੇ ਆ ਉਹਨਾਂ ਨੂੰ ਚਾਂਸ ਮਿਲੇ, ਮੌਕਾ ਮਿਲੇ, ਉਹ ਵੀ ਉਹਨਾਂ 'ਚੋਂ ਫਸਟ ਆ ਸਕਦੇ ਆ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ 14 ਅਗਸਤ ਤੱਕ ਏਸ਼ੀਅਨ ਗੇਮਸ ਹੋ ਰਹੀ ਹੈ ਪਿੱਛੇ ਤੇ ਉਹਦੇ ਵਾਸਤੇ ਨਾਂ ਭੇਜਣੇ ਆ, ਉਹ ਬੜੇ ਜ਼ਰੂਰੀ ਆ। ਉਹ ਤਾਂ ਹੀ ਨਾਂ ਭੇਜ ਸਕਦੇ ਆ ਕਿ ਅਸੀਂ ਜੇ ਟ੍ਰਾਇਲ ਲੈਂਦੇ ਆ ਤੇ ਫਿਰ ਉੱਪਰਲੇ 3-4 ਬੱਚੇ ਹੀ ਉਹਦੇ ਵਿੱਚ ਟ੍ਰਾਇਲ ਦੇ ਸਕਦੇ ਆ ਤੇ ਇਹ ਨੈਸ਼ਨਲ ਹੋ ਜਾਏ ਤੇ ਫਿਰ ਸਾਰੇ ਆਪਣਾ ਜ਼ੋਰ ਵਿਖਾ ਸਕਦੇ ਆ। ਜਿਹੜੇ ਲੈਵਲ ਦੇ ਬੰਦੇ ਫਸਟ, ਸੈਕੰਡ, ਥਰਡ
ਆ ਸਕਦੇ ਆ, ਉਹਨਾਂ ਦੇ ਵਿੱਚੋਂ ਹੀ ਇਹ ਟੀਮਾਂ ਜਾਣਗੀਆਂ। ਚੈਂਪੀਅਨਸ਼ਿਪ ਤੋਂ ਬਾਅਦ ਜਿਨ੍ਹਾਂ ਨੇ ਚੰਗੀ ਪੋਜੀਸ਼ਨ ਲਈ ਉਹਨਾਂ ਦੇ ਫਿਰ ਟ੍ਰਾਇਲ ਹੋਣਗੇ, ਸਹੀ ਚੁਆਇਸ ਸਹੀ ਚੋਣ ਤਾਂ ਹੋ ਸਕੇ। ਜੋ ਸਾਡਾ ਪ੍ਰੋਸੀਜਰ ਆ ਉਹ ਅਸੀਂ ਫਸਟ 4 ਗਿਣਦੇ ਆ, ਲੇਕਿਨ ਏਸ਼ੀਅਨ ਗੇਮ ਤੇ ਹੋਣ ਵਾਲੀ ਹੈ ਨਾ, ਸਾਹਮਣੇ ਹੀ ਆ ਉਹ, ਤੇ ਵਰਲਡ ਚੈਂਪੀਅਨਸ਼ਿਪ ਸਾਹਮਣੇ ਆ। ਉਹਨਾਂ ਦੇ ਵਿੱਚੋਂ ਜੋ ਫਸਟ ਆਉਣ ਉਹਨਾਂ ਨੂੰ ਭੇਜਿਆ ਜਾਵੇ, ਤੇ ਜਿਹੜੇ ਅਗਲੇ ਕੁਆਲੀਫਾਈਂਗ ਹੈਗੇ ਨੇ ਲੰਬਾ ਕੁਆਲੀਫਾਈਂਗ, ਉਹ ਫਿਰ ਟ੍ਰਾਇਲ ਵੀ ਲੈ ਸਕਦੇ ਆ, ਜੋ ਪ੍ਰੋਸੀਜਰ ਹੈ ਨਾ ਕਰ ਸਕਦੇ ਆ, ਕੋਈ ਪ੍ਰੋਬਲਮ ਨਹੀਂ। ਲੈਟਰ ਕਿਸ ਨੂੰ ਲਿਖਿਆ ਤੇ ਕੀ ਮੰਗਾਂ ਰੱਖੀਆਂ ਨੇ? ਅਸੀਂ ਮੰਗਾਂ ਇਹੋ ਰੱਖੀਆਂ ਕਿ ਜਿਹੜੀਆਂ 3 ਕਮੇਟੀਆਂ ਬਣੀਆਂ ਆ, ਆਈਓ ਦੀ ਕਮੇਟੀ ਬਣੀ ਆ, ਸਪੋਰਟ ਕਮੇਟੀ ਬਣੀ ਆ, ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਵਾਲੀ ਜਿਹੜੀ, ਔਰ ਜੱਜ ਜੋ ਫੈਸਲਾ ਕਰ ਰਿਹਾ ਆ, ਉਹਨਾਂ ਨੇ ਦੀ 3 ਕਮੇਟੀਆਂ ਬਣੀਆਂ ਆ। ਅਸੀਂ ਤਿੰਨਾਂ ਨੂੰ ਲਿਖਿਆ ਆ ਕਿ ਸਾਡੀ ਨੈਸ਼ਨਲ ਹੋਣੀ ਜ਼ਰੂਰੀ ਆ। ਉਸ ਤੋਂ ਇਲਾਵਾ ਕੁਛ ਜਿਹੜੇ ਇਹਨਾਂ ਦੇ ਕੋਈ ਕਹਿ ਰਿਹਾ ਮੈਂ ਲੜਨਾ ਨਹੀਂ ਗਾ, ਕੋਈ ਕਹਿ ਰਿਹਾ ਮੈਂ ਨੈਸ਼ਨਲ ਨਹੀਂ ਲੜੂੰਗਾ, ਇਹ ਉੱਥੇ ਸਾਰਿਆਂ ਨੂੰ ਆਉਣਾ ਪਊਗਾ। ਜਿਹੜੇ ਫਸਟ ਜਿਹਨੇ ਆਉਣਾ ਆ ਉਹ ਹੀ ਉਹਦਾ ਹੀ ਨਾਮ ਬਾਹਰ ਜਾ ਸਕਦਾ ਆ, ਅਦਰਵਾਈਜ਼ ਉਹਨੂੰ ਸਾਰਾ ਲੜਨਾ ਪੈਣਾ। ਇਹਨਾਂ ਦੇ ਸਾਰੇ ਮਸਲੇ ਵੀ ਹੱਲ ਹੋ ਸਕਦੇ ਆ। ਅਸੀਂ ਤਾਂ ਇੱਕ ਸੁਝਾਅ ਦਿੱਤਾ ਆ, ਔਰ ਪਹਿਲਵਾਨੀ ਨੂੰ ਇਹ ਬਚਾਉਣ ਵਾਲਾ ਸੁਝਾਅ ਆ, ਇਕੱਠੇ ਕਰਨ ਵਾਲਾ ਸੁਝਾਅ ਆ। ਅਕਸਰ ਆਪਾਂ ਇਹ ਸੁਣਦੇ ਹਾਂ ਤੇ ਵੇਖਦੇ ਹਾਂ ਕਿ ਪਹਿਲਵਾਨ ਨੂੰ ਅਖਾੜੇ ਨਾਲ ਜੁੜਿਆ ਹੋਣਾ ਚਾਹੀਦਾ, ਪਰ 6 ਮਹੀਨੇ ਤੱਕ ਗੈਪ ਪੈ ਗਿਆ। ਇਹਦਾ ਨੁਕਸਾਨ ਕਿੰਨਾ ਕੁ ਉਠਾਉਣਾ ਪਏਗਾ ਪੰਜਾਬ ਨੂੰ, ਭਾਰਤ ਨੂੰ? ਨੁਕਸਾਨ ਤੇ ਕੋਈ ਵੀ ਪਰਿਵਾਰ 'ਚ ਲੜਾਈ ਹੁੰਦੀ ਆ ਆਪਸ ਵਿੱਚ, ਤੇ ਨੁਕਸਾਨ ਤੇ ਹੁੰਦਾ ਹੀ ਆ, ਲੇਕਿਨ ਉਹਨੂੰ ਸੁਧਾਰ ਕਰਨ ਲਈ ਜਿਹੜਾ ਅਸੀਂ ਤੁਹਾਨੂੰ ਸੁਜੈਸ਼ਨ ਦਿੱਤੀ ਆ ਉਹ ਮੰਨ ਲੈਣ ਤੇ ਬਹੁਤ ਚੰਗੀ ਗੱਲ ਆ, ਸਾਡਾ ਸਾਰਾ ਮਸਲਾ ਹੱਲ ਹੋ ਜਾਊਗਾ। ਅਕਸਰ ਆਪਾਂ ਸੁਣਦੇ ਹਾਂ, ਮੈਂ ਥੋੜਾ ਵੱਖਰਾ ਸਵਾਲ ਲਵਾਂਗਾ ਕਿ ਪੰਜਾਬ ਦੇ ਉੱਤੇ ਨਸ਼ਿਆਂ ਦੀ ਮਾਰ ਪਈ ਆ, ਉਹ ਨਸ਼ਿਆਂ ਦਾ ਨੁਕਸਾਨ ਪੰਜਾਬ ਦੇ ਪਹਿਲਵਾਨਾਂ ਨੂੰ ਵੀ ਦੇਖਣਾ ਪੈ ਰਿਹਾ, ਕਿਉਂਕਿ ਜਿਹੜੇ ਸਿਆਲਬਾਂ ਕੇ ਗੱਭਰੂ ਜਿਨ੍ਹਾਂ ਨੇ ਕੁਸ਼ਤੀ ਵੱਲ ਵੀ ਜਾਣ ਦਾ ਹੋ ਸਕਦਾ ਮਨ ਬਣਾਇਆ ਹੋਵੇ, ਨਸ਼ਿਆਂ ਦੀ ਦਲਦਲ 'ਚ ਧਸ ਗਏ ਨੇ। ਲੱਗਦਾ ਕਿ ਅਸਰ ਹੈ ਪੰਜਾਬ ਤੇ ਨਸ਼ਿਆਂ ਦਾ, ਪਹਿਲਵਾਨੀ ਤੇ ਖਾਸ ਕਰਕੇ? ਬਿਲਕੁਲ ਜੀ, ਅਸਰ ਤੇ ਸਾਰੇ ਪਰਿਵਾਰ ਤੇ ਹੁੰਦਾ ਆ। ਜੇ ਕੋਈ ਗਲਤ ਪਾਸੇ ਬੱਚਾ ਜਾਂਦਾ ਆ ਤੇ ਨਸ਼ੇ ਤੇ ਬਹੁਤ ਮਾੜੀ ਚ ਆਮ ਬੰਦੇ ਲਈ ਤੇ ਪਹਿਲਵਾਨਾਂ ਲਈ ਤੇ ਬਹੁਤ ਵੱਡੀ ਗੱਲ ਹੈ ਨਾ, ਲੇਕਿਨ ਨਸ਼ਾ ਲੱਗੇ ਕਿਉਂ ਆ? ਅਸੀਂ ਉਹ ਤੋਂ ਉਸ ਮੁੱਦੇ ਨੂੰ ਵੇਖਣਾ ਆ। ਸਾਨੂੰ ਕੋਈ ਮਾਹੌਲ ਨਹੀਂ ਗਾ, ਸਪੋਰਟਸ ਦਾ ਮਾਹੌਲ ਬਣਾਉਣਾ ਚਾਹੀਦਾ ਆ। ਉਸ ਤੋਂ ਬਾਅਦ ਕੋਈ ਸਾਨੂੰ ਅਸੀਂ ਆਮ ਪਰਿਵਾਰ 'ਚ ਹੁੰਦੇ ਆ, ਸਾਨੂੰ ਡਾਈਟ ਵੀ ਚਾਹੀਦੀ ਆ, ਸਾਨੂੰ ਇਕਵਿਪਮੈਂਟ ਵੀ ਚਾਹੀਦਾ ਆ, ਸਾਨੂੰ ਜੌਬ ਵੀ ਚਾਹੀਦੀ ਆ। ਇਹ ਗੌਰਮੈਂਟਾਂ ਦਾ ਕੰਮ ਆ ਕਿ ਉਹਨਾਂ ਨੂੰ ਇਹੋ ਜਿਹਾ ਮਾਹੌਲ ਬਣਾਵੇ। ਤੇ ਹੁਣ ਸਾਨੂੰ ਆਸ ਹੋਈ ਆ ਆਪਣੇ ਸੀਐਮ ਸਾਹਿਬ ਨਵੀਂ ਆਸ ਇਹਨਾਂ ਤੋਂ ਜਾਗੀ ਆ ਕਿ ਰੰਗਲਾ ਪੰਜਾਬ ਸਾਡੇ ਸੀਐਮ ਸਾਹਿਬ ਸਿਰ ਭਗਵੰਤ ਮਾਨ ਜੀ ਬਣਾਉਣਾ ਚਾਹੁੰਦੇ ਆ। ਉਹ ਜਗ੍ਹਾ ਜਗ੍ਹਾ ਕਹਿੰਦੇ ਆ ਵੀ ਅਸੀਂ ਰੰਗਲਾ ਪੰਜਾਬ ਬਣਾਉਣਾ ਆ, ਤੇ ਅਸੀਂ ਸਾਰਾ ਮਿਲ ਕੇ ਸਾਰਾ ਕੁਝ ਕਰਾਂਗੇ। ਤੇ ਮੈਨੂੰ ਪੂਰੀ ਉਮੀਦ ਆ ਕਿ ਸਾਡੇ ਪੰਜਾਬ ਦੇ ਵਿੱਚ ਟੈਲੈਂਟ ਦੀ ਕਮੀ ਨਹੀਂ, ਹਰ ਪਾਸੇ ਅਸੀਂ ਸਭ ਤੋਂ ਅੱਗੇ ਜਾਂਦੇ ਆ। ਅਸੀਂ ਬਾਹਰ ਜਾਂਦੇ ਆ, ਉੱਥੇ ਆਪਣੇ ਬਿਜ਼ਨਸ ਕਰਦੇ ਆ। ਜੇ ਅਸੀਂ ਇੱਥੇ ਸਪੋਰਟਸ 'ਚ ਜਾਂਦੇ ਆ ਤੇ ਅਸੀਂ ਸਭ ਤੋਂ ਅੱਗੇ ਹੁੰਦੇ ਆ। ਹੁਣ ਪਹਿਲਾਂ ਸਾਡਾ ਹਰਿਆਣਾ ਛੋਟਾ ਭਰਾ ਹੁੰਦਾ ਸੀ, ਤੇ ਹੁਣ ਵੱਡਾ ਬਣ ਗਿਆ। ਭਲਾਨੀ 'ਚ ਸਪੋਰਟ ਸਾਰੀ ਸਪੋਰਟਸ 'ਚ ਬਣ ਗਿਆ ਕਿ ਉਹਨਾਂ ਦੇ ਲੀਡਰਾਂ ਨੇ ਕੰਮ ਕੀਤੇ ਆ। ਤੇ ਮੈਂ ਜਦੋਂ ਆਪਣੀ ਪਹਿਲਾਂ ਏਸ਼ੀਅਨ ਗੇਮਾਂ ਹੋਈਆਂ ਸੀ 82 'ਚ, ਤੇ ਉੱਥੇ ਸਾਡੇ ਸਟੇਡੀਅਮ ਬਣੇ। ਸਾਡੇ ਘਰ ਵਿਆਹ ਹੋਵੇ ਨਾ, ਉਹਦੇ ਤੁਸੀਂ ਆਪਣੇ ਸਾਰਾ ਕੁਝ ਬਣਾਉਂਦੇ ਹੋ, ਘਰ ਨੂੰ ਜਚਾਉਂਦੇ ਹੋ। ਉਹ ਸਟੇਡੀਅਮ ਬਣੇ, ਕੋਚ ਆਏ, ਅਸੀਂ ਬਾਹਰੋਂ ਕੋਚ ਵੀ ਲਿਆਂਦੇ ਜਿੱਥੇ ਸਾਨੂੰ ਜ਼ਰੂਰਤ ਸੀ। ਉਸ ਤੋਂ ਬਾਅਦ ਕਾਮਨਵੈਲਥ ਗੇਮਸ ਆ ਗਏ। ਉਹ ਪੁਰਾਣੇ ਜਿਹੜੇ ਸਟੇਡੀਅਮ ਸੀ ਉਹ ਕੁਝ ਰੈਨੋਵੇਟ ਹੋਏ, ਕੁਝ ਨਵੇਂ ਬਣੇ, ਤੇ ਸਾਡੀ ਸਾਰੀ ਸਪੋਰਟਸ ਉੱਪਰ ਆਈ। ਪਰ ਗੱਫੇ ਵੀ ਦਿੱਤੇ, ਸਹੂਲਤਾਂ ਚੰਗੀਆਂ ਦਿੱਤੀਆਂ, ਪੰਜਾਬ ਵਾਲੇ ਪਿੱਛੇ ਰਹਿ ਗਏ। ਬਿਲਕੁਲ ਮੈਂ ਇਹੋ ਹੀ ਬੇਨਤੀ ਕਰਨ ਲੱਗਾ, ਇਹ ਜਦੋਂ ਕਾਮਨਵੈਲਥ ਗੇਮਸ ਹੋਏ ਤੇ ਉਦੋਂ ਹਰਿਆਣੇ ਦੇ ਬੱਚੇ ਆਏ, ਦੂਸਰੇ ਸਟੇਟਾਂ ਨੂੰ ਜ਼ਿਆਦਾ ਆਏ, ਫਸਟ ਸੈਕੰਡ ਮੈਡਲ ਜ਼ਿਆਦਾ ਲਏ। ਤੇ ਉਹਨਾਂ ਨੇ ਇੱਦਾਂ ਹੀ ਮੈਨੂੰ ਸਵਾਲ ਕੀਤਾ ਕਿ ਅਸੀਂ ਕਿਉਂ ਪਿੱਛੇ ਰਹਿ ਗਏ, ਹਰਿਆਣਾ ਕਿਉਂ ਅੱਗੇ ਚੱਲ ਗਿਆ। ਮੈਂ ਪਹਿਲਾਂ ਪੰਜਾਬ ਦਾ ਛੋਟਾ ਭਰਾ ਹੁੰਦਾ ਸੀ ਹਰਿਆਣਾ, ਫਿਰ ਪੰਜਾਬ ਦਾ ਵੱਡਾ ਭਰਾ ਬਣਿਆ, ਤੇ 1 ਨਵੰਬਰ ਨੂੰ ਸਾਰੇ ਹਿੰਦੁਸਤਾਨ ਦਾ ਵੱਡਾ ਭਰਾ ਬਣ ਜੂਗਾ। ਉਹਦੇ ਕਿਉਂ? ਉਹਨਾਂ ਨੇ ਉਨ ਸਾਰਿਆਂ ਨੂੰ ਓਨਰ ਕਰਨਾ ਸੀ। ਉਹਨਾਂ ਨੇ ਜਿਹੜੇ ਫਸਟ ਆਏ ਉਹਨਾਂ ਨੂੰ ਆਡੀ ਕਾਰਾਂ ਦਿੱਤੀਆਂ, ਉਹਨਾਂ ਨੂੰ ਥੱਲੇ ਵਾਲੇ ਨੂੰ 100 ਤੋਂ ਛੋਟੀਆਂ ਕਾਰਾਂ ਦਿੱਤੀਆਂ, ਤੇ ਕਰੋੜਾਂ ਰੁਪਏ ਦਿੱਤੇ। ਤੇ ਕਿਉਂ ਨਾ ਉੱਪਰ ਆਉਣਗੇ ਉਹ? ਤੇ ਪੰਜਾਬ ਵਾਲਿਆਂ ਨੇ ਵੀ ਇੱਕ ਵਾਅਦਾ ਕੀਤਾ ਸੀ ਕਿ ਦੇਣੇ ਸ਼ੁਰੂ ਕਰਾਂਗੇ। ਹਜੇ ਮਾੜਾ ਮੋਟਾ ਉਧਰ ਨੂੰ ਚੱਲੇ ਕਿ ਨਹੀਂ ਚੱਲੇ? ਅਜੇ ਤੱਕ ਤੇ ਸਾਨੂੰ ਕੋਈ ਦੇਖਦਾ ਨਹੀਂਗਾ। ਜਦੋਂ ਪਿੱਛੇ ਹਾਕੀ ਵਾਲੇ ਬੱਚੇ ਆ, ਹਾਕੀ ਵਾਲੇ 11 ਬੱਚੇ ਆਪਣੇ ਪੰਜਾਬ ਦੇ ਸੀ, ਇਹ ਸੀਐਮ ਉੜੀਸਾ ਦੇ ਨੇ ਸਾਂਭੇ। ਉਹਨਾਂ ਨੇ ਦੋਨੋਂ ਲੜਕੀਆਂ ਦੀਆਂ ਟੀਮਾਂ ਵੀ ਤੇ ਲੜਕਿਆਂ ਦੀਆਂ ਟੀਮਾਂ ਵੀ ਉੱਥੇ ਇੰਨੀ ਉਹਨਾਂ ਦੀ ਸੇਵਾ ਕੀਤੀ, ਇੰਨੀ ਪ੍ਰੈਕਟਿਸ ਕਰਾਈ। ਉਹ ਓਲੰਪਿਕ 'ਚ ਫਿਰ ਸਾਡਾ ਦੁਬਾਰਾ ਨਾ ਹੋਇਆ, ਨਹੀਂ ਤੇ ਅਸੀਂ 7ਵੇਂ 8ਵੇਂ ਰਹਿ ਜਾਂਦੇ ਹਾਂ ਕੁਆਲੀਫਾਈ ਕਰਨ ਤੋਂ ਹੀ।
ਤੇ ਹੁਣ ਸਾਡੇ ਫਿਰ 11 ਟੀਮ ਦੇ ਵਿੱਚ ਪੰਜਾਬੀ ਸੀ। ਤੇ ਮੈਂ ਤੁਹਾਨੂੰ ਜਿੱਦਾਂ ਦੱਸਿਆ ਕਿ ਸਾਡੇ 'ਚ ਕਮੀ ਨਹੀਂ ਗੀ, ਸਾਨੂੰ ਸਹੂਲਤਾਂ ਦੀ ਕਮੀ ਆ, ਸਾਨੂੰ ਸਾਧਨਾਂ ਦੀ ਕਮੀ ਆ, ਸਾਨੂੰ ਐਜੂਕੇਟ ਕਰਨ ਦੀ ਕਮੀ ਆ, ਕੋਚਿਸ ਦੀ ਕਮੀ ਆ। ਕੋਈ ਸਾਡੀ ਸਪੋਰਟ ਡਿਪਾਰਟਮੈਂਟ 'ਚ ਕੀ ਹੈ? ਕੁਝ ਵੀ ਨਹੀਂ। ਹੁਣ ਕਿਹਾ ਜਾ ਰਿਹਾ ਕਿ ਖੇਡ ਨੀਤੀ ਬਣੇਗੀ। ਪਹਿਲਾਂ ਪ੍ਰਗਟ ਸਿੰਘ ਨੂੰ ਮੂਹਰੇ ਕਰਨ ਦੀ ਕੋਸ਼ਿਸ਼ ਕੀਤੀ ਸੀ ਅਕਾਲੀ ਦਲ ਵੇਲੇ, ਅਕਾਲੀਆਂ ਦੀ ਸਰਕਾਰ ਸੀ, ਉਦੋਂ ਕੁਝ ਨਹੀਂ ਹੋਇਆ। ਹੁਣ ਨਵੀਂ ਸਰਕਾਰ ਕਹਿ ਰਹੀ ਹੈ ਕਿ ਨਵੀਂ ਖੇਡ ਨੀਤੀ ਬਣਾਵਾਂਗੇ, ਸਹੂਲਤਾਂ ਦੇਵਾਂਗੇ। ਲੱਗਦਾ ਕਿ ਕੋਈ ਪਹਿਲਾ ਕਦਮ ਕੋਈ ਚੁੱਕਿਆ ਹੋਵੇ ਸਰਕਾਰ ਨੇ? ਨੀਤੀਆਂ ਬਣਨੀਆਂ ਤਾਂ ਪਹਿਲਾਂ ਵੀ ਬਣਦੀਆਂ ਨਹੀਂ ਆ, ਉਹਨਾਂ 'ਤੇ ਇੰਪਲੀਮੈਂਟ ਹੋਣਾ ਜ਼ਰੂਰੀ ਹੈ। ਇਹ ਗਵਰਨਮੈਂਟ ਇੰਪਲੀਮੈਂਟ ਕਰ ਰਹੀ ਆ। ਹੁਣ ਤੁਸੀਂ ਥੋੜ੍ਹੇ ਦਿਨਾਂ 'ਤੇ ਵੇਖ ਲਓ, 1.5 ਸਾਲ ਦੇ ਵਿੱਚ ਇਹਨਾਂ ਨੇ ਕਾਫੀ ਕੁਝ ਕੀਤਾ ਆ। ਤੇ ਹੁਣ ਸਪੋਰਟਸ ਦੀ ਵੀ ਵਾਰੀ ਆ ਜਾਣੀ ਆ। ਅਸੀਂ ਇੰਤਜ਼ਾਰ ਕਰ ਰਹੇ ਹਾਂ। ਸਪੋਰਟਸ ਨੂੰ ਫਾਡੀ ਕਿਉਂ ਰੱਖ ਲਿਆ ਜਦ ਕਿ ਪਹਿਲਾਂ ਧਿਆਨ ਦੇਣਾ ਚਾਹੀਦਾ ਸੀ? ਕੋਈ ਨਹੀਂ, ਅਸੀਂ ਇਹਨਾਂ ਨੈਸ਼ਨਲ ਸਟੇਟ ਗੇਮਸ ਕਰਾਏ ਆ ਤੇ ਟਾਈਮ ਲੱਗਦਾ ਆ। ਪੰਜਾਬ ਦੇ ਪਹਿਲਵਾਨ ਪਹਿਲਾਂ ਦੇ ਮੁਕਾਬਲੇ ਜਦੋਂ ਤੁਸੀਂ ਧੁੰਮਾਂ ਪਾਉਂਦੇ ਸੀਗੇ ਅਖਾੜਿਆਂ 'ਚ, ਉਸ ਲੈਵਲ ਦੇ ਨਿਕਲ ਸਕਦੇ ਆ ਪੰਜਾਬ 'ਚੋਂ? ਹੈ ਕੋਈ ਉਮੀਦ? ਬਿਲਕੁਲ ਜੀ ਹੈਗੇ ਆ। ਹੁਣ ਵੀ ਸਾਡੇ ਨੈਸ਼ਨਲ ਚੈਂਪੀਅਨ ਹੈ, ਇੰਟਰਨੈਸ਼ਨਲ ਆ। ਕੋਈ ਬਿਲਕੁਲ ਉੱਪਰ ਆਉਣਗੇ ਪਹਿਲਵਾਨ ਤੇ ਸਾਡੇ। ਸਾਹ ਦੀ ਲੋੜ ਆ, ਯਾਨੀ ਵੱਡੇ ਉਤਸ਼ਾਹ। ਬਿਲਕੁਲ ਉਹਨਾਂ ਨੂੰ ਥਾਪੀ ਦੀ ਜ਼ਰੂਰਤ ਆ। ਜੇ ਸਾਨੂੰ ਜੌਬ ਮਿਲਦੀ ਆ, ਸਾਡੇ ਪਹਿਲਾਂ ਜਦੋਂ ਕੋਈ ਪਹਿਲਾਂ ਤੇ ਇਦਾਂ ਦਾ ਹਿਸਾਬ ਸੀ, ਜੇ ਕੋਈ ਅਫਸਰ ਚੰਗਾ ਆ ਗਿਆ, ਪਹਿਲਾਂ ਅਸ਼ਵਨੀ ਕੁਮਾਰ ਸਾਹਿਬ ਆਏ, ਉਹਨਾਂ ਨੇ ਬਹੁਤ ਕੁਝ ਕੀਤਾ ਹਾਕੀ ਦੇ, ਕਿੱਥੋਂ ਤੱਕ ਉਹਨਾਂ ਨੇ ਬੱਚਿਆਂ ਨੂੰ ਤਿਆਰ ਕੀਤਾ। ਉਸ ਤੋਂ ਬਾਅਦ ਸਾਡੇ ਸਰਦਾਰ ਬਰਜਿੰਦਰ ਸਿੰਘ ਸਿੱਧੂ ਸੀ, ਉਹ ਆਈ ਰਿਟਾਇਰ ਹੋਏ, ਉਹਨਾਂ ਨੇ ਸਾਰੇ ਟੀਮਾਂ ਤਿਆਰ ਕੀਤੀਆਂ ਪੰਜਾਬ ਪੁਲਿਸ ਦੀਆਂ। ਔਰ ਉਸ ਤੋਂ ਬਾਅਦ ਸਾਡੇ ਸਰਦਾਰ ਮਹਿਲ ਸਿੰਘ ਭੁੱਲਰ ਤੇ ਰਾਜਦੀਪ ਸਿੰਘ ਗਿੱਲ ਉਹ ਆਏ, ਉਹਨਾਂ ਨੇ ਬਹੁਤ ਕੁਝ ਕੀਤਾ। ਇਹ ਅਫਸਰਾਂ 'ਤੇ ਡਿਪੈਂਡ ਕਰਦਾ ਰਿਹਾ ਅੱਜ ਤੱਕ ਵੀ ਜਿਹੜਾ ਅਫਸਰ ਸ਼ੌਕੀਨ ਆ ਗਿਆ ਜਾਂ ਅਫਸਰ ਇੱਦਾਂ ਦਾ ਆ ਗਿਆ, ਉਹਨੇ ਸਪੋਰਟ ਚੁੱਕਦੀ। ਗਵਰਨਮੈਂਟ ਵੱਲੋਂ ਕੋਈ ਮਤਲਬ ਰੂਲ ਨਹੀਂ ਬਣਿਆ। ਜਿਹੜੇ ਰੂਲ ਬਣੇ ਵੀ ਆ ਉਹ ਵੀ ਬਸਤੇ 'ਚ ਹੀ ਪੈ ਰਹੇ ਆ। ਤੇ ਹੁਣ ਅਸੀਂ ਆਸ ਰੱਖਦੇ ਹਾਂ ਭਗਵੰਤ ਮਾਨ ਜੀ ਸੇ ਤੇ ਵੀ ਉਹ ਕੁਝ ਕਰਨਗੇ। ਉਹ ਰੰਗਲਾ ਪੰਜਾਬ ਕਹਿ ਰਹੇ ਬਣਾਉਣਾ, ਤੇ ਅਸੀਂ ਤਿਆਰ ਹਾਂ ਸਾਰਾ ਕੁਝ ਕਰਨ ਨੂੰ। ਜਿਵੇਂ ਤੁਸੀਂ ਕਿਹਾ ਕਿ ਡੀਜੀਪੀ ਚੰਗਾ ਹੋਵੇ, ਬਹੁਤ ਕੁਝ ਹੇਠਲੇ ਲੈਵਲ ਤੇ ਵਧੀਆ ਹੁੰਦਾ। ਸੀਐਮ ਸਾਹਿਬ ਨੂੰ ਅਪੀਲ ਕਰਦੇ ਹੋ ਕਿ ਡੀਜੀਪੀ ਨੂੰ ਵੀ ਕੁਝ ਆਦੇਸ਼ ਦਿੱਤੇ ਜਾਣ ਕਿ ਖੇਡਾਂ ਵਾਲੇ ਪਾਸੇ ਵੱਲ ਜ਼ਿਆਦਾ ਧਿਆਨ ਦਿੱਤਾ। ਪੰਜਾਬ ਦੀ ਅਸੀਂ ਕਹਿੰਦੇ ਹੁੰਦੇ ਹਾਂ, ਪੰਜਾਬ ਦੀ ਸਪੋਰਟਸ ਕੱਢ ਲਓ ਨਾ, ਪੁਲਿਸ ਦੀ ਜਿੰਨੇ ਪੁਲਿਸ ਦੇ ਪਲੇਅਰ ਕੱਢ ਲਓ ਤੇ 10% ਵਿਚਾਰਾ ਪੰਜਾਬ ਆ। ਤੇ ਅਜੇ ਤਾਂ ਉਹ ਪੰਜਾਬ ਵੱਲੋਂ ਖੇਡਦੇ ਆ ਸਾਰੇ, ਅਸੀਂ ਵੀ ਪੰਜਾਬ ਵੱਲੋਂ ਖੇਡਦੇ ਰਹੇ। ਤੇ ਰੈਸਲਿੰਗ ਦੀਆਂ ਟੀਮਾਂ ਵੀ ਫਸਟ ਹੋ ਰਹੀਆਂ, ਹਾਕੀ ਦੀਆਂ ਟੀਮਾਂ ਵੀ। ਇੱਕ ਦੌਰ ਤੇ ਇਦਾਂ ਦਾ ਸੀ, ਜਿੰਨੀਆਂ ਵੀ ਗੇਮਸ ਸੀ ਪੰਜਾਬ ਇੰਡੀਆ ਪੁਲਿਸ ਹੁੰਦੀ ਸੀ, ਸਾਰੀਆਂ ਗੇਮਾਂ ਹੀ ਪੰਜਾਬ ਲੈ ਕੇ ਆਉਂਦਾ ਸੀ। ਪੰਜਾਬ ਦਾ ਪੂਰਾ ਕਬਜ਼ਾ ਬਣਦਾ ਸੀ। ਬਿਲਕੁਲ ਜੀ, ਬਿਲਕੁਲ। ਕਾਂਗਰਸ ਦੇ ਵਿੱਚ ਲਗਾਤਾਰ ਬਹੁਤ ਸਾਰੀਆਂ ਹਲਚਲਾਂ ਵੱਧ ਰਹੀਆਂ ਨੇ, ਪਾਰਟੀ ਮੀਟਿੰਗਸ ਹੋ ਰਹੀਆਂ ਨੇ, ਲੇਕਿਨ ਉਸ ਤੋਂ ਪਹਿਲਾਂ ਇੱਕ ਮੁੱਦਾ ਜਿਹੜਾ ਆ ਉਹ ਇਹ ਹੈ ਕਿ ਜਿਹੜੇ ਸਾਬਕਾ ਡਿਪਟੀ ਮੁੱਖ ਮੰਤਰੀ ਰਹਿ ਚੁੱਕੇ ਨੇ ਕਾਂਗਰਸ ਦੇ ਵੱਲੋਂ, ਸੁਖਜਿੰਦਰ ਸਿੰਘ ਰੰਧਾਵਾ, ਉਹਨਾਂ ਦੇ ਉੱਤੇ ਮੁੱਖ ਮੰਤਰੀ ਦੇ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ ਨੇ ਔਰ ਉਹਨਾਂ ਨੇ ਆਪਣਾ ਪੱਖ ਵੀ ਰੱਖਿਆ। ਇਸ ਵਕਤ ਸਾਡੇ ਨਾਲ ਸਪੋਕਸਪਰਸਨ ਜਿਹੜੇ ਨੇ ਟੀਨਾ ਚੌਧਰੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਟੀਨਾ ਜੀ, ਜਿਸ ਤਰੀਕੇ ਦੇ ਨਾਲ ਸਵੇਰੇ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਸੁਖਜਿੰਦਰ ਰੰਧਾਵਾ ਦੇ ਵੱਲੋਂ ਕਿ ਜੇਕਰ ਭੇਜਣਾ ਹੈ ਤੇ ਨੋਟਿਸ ਭੇਜੋ, ਟਵੀਟ ਕਰਕੇ ਕੋਈ ਫਾਇਦਾ ਨਹੀਂ ਹੈ। ਹੁਣ ਮੁੱਖ ਮੰਤਰੀ ਸਾਹਿਬ ਨੇ ਇੱਕ ਨੋਟਿਸ ਵੀ ਭੇਜ ਦਿੱਤਾ, ਕਹਿੰਦੇ ਕਿ ਅਨਸਾਰੀ ਦੇ ਮਾਮਲੇ ਦੇ ਵਿੱਚ ਸਾਰਾ ਪੈਸਾ ਜਿੰਨਾ ਉਹ ਤੁਹਾਨੂੰ ਭਰਨਾ ਪਏਗਾ ਕਿਉਂਕਿ ਤੁਸੀਂ ਲੈ ਕੇ ਆਏ ਸੀ ਉਹਨਾਂ ਨੂੰ ਇੱਥੇ। ਦੇਖੋ ਮੈਡਮ, ਸਿੱਧੀ ਗੱਲ ਹੈ, ਅਸੀਂ ਸਾਰੇ ਜਾਣਦੇ ਹਾਂ ਔਰ ਪੰਜਾਬ ਵੀ ਜਾਣਦਾ ਕਿ ਜਦੋਂ ਵੀ ਮਾਨ ਸਾਹਿਬ ਨੇ ਜਿੰਨੀ ਵਾਰੀ ਵੀ ਇੱਥੇ ਪੰਜਾਬ ਦੇ ਵਿੱਚ ਪ੍ਰੈਸ ਕਾਨਫਰੰਸਿਸ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਫਿਰ ਕਿਸੇ ਮੁੱਦੇ ਤੇ ਗੱਲ ਰੱਖਣ ਦੀ ਕੋਸ਼ਿਸ਼ ਕੀਤੀ, ਉਹ ਬਿਨਾਂ ਸਟੱਡੀ ਕੀਤੇ ਆਉਂਦੇ ਨੇ। ਔਰ ਇਹਦੀ ਰੀਸੈਂਟਲੀ ਇੱਕ ਐਗਜ਼ਾਮਪਲ ਵੀ ਸਾਨੂੰ ਦੇਖਣ ਨੂੰ ਮਿਲੀ ਹੈ, ਜਿੱਥੇ ਇੱਕ ਖਿਡਾਰੀ ਵੱਲੋਂ ਇਲਜ਼ਾਮ ਲਗਾਏ ਗਏ ਸੀ ਚੰਨੀ ਜੀ ਵੱਲੋਂ। ਅੱਜ ਆਰਟੀਏ ਦੇ ਵਿੱਚ ਖੁਲਾਸਾ ਹੋਇਆ ਉਸ ਚੀਜ਼ ਦਾ ਕਿ ਉਹ ਸਾਰਾ ਇੱਕ ਢੋਂਗ ਰਚਿਆ ਗਿਆ ਸੀਗਾ ਔਰ ਇੱਕ ਸੀਐਮ ਵੱਲੋਂ ਐਸੇ ਬਿਆਨ ਦੇਣੇ ਸ਼ੋਭਾ ਨਹੀਂ ਦਿੰਦੇ ਪੰਜਾਬ ਦੇ ਖਾਸ ਤੌਰ ਤੇ। ਔਰ ਹੁਣ ਜਿਹੜਾ ਇਹ ਮੁੱਦਾ ਅਨਸਾਰੀ ਦਾ ਚੁੱਕ ਰਹੇ ਨੇ, ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਟੀਚਰਾਂ, ਕੱਚੇ ਟੀਚਰਾਂ ਦੇ ਨਾਲ ਜਿਹੜੇ ਸੀਗੇ ਉਹਨਾਂ ਨਾਲ ਕਿੱਦਾਂ ਧੱਕਾ ਕੀਤਾ ਗਿਆ, ਚੁੰਨੀਆਂ ਫਾੜੀਆਂ ਗਈਆਂ, ਪੱਗਾਂ ਉਤਾਰ ਦਿੱਤੀਆਂ ਗਈਆਂ। ਹੁਣ ਉਸ ਮੁੱਦੇ ਨੂੰ ਲੁਕਾਉਣ ਵਾਸਤੇ ਇੱਕ ਨਵਾਂ ਹੋਰ ਢੋਂਗ ਰਚਿਆ ਜਾ ਰਿਹਾ ਕਿ ਅਨਸਾਰੀ ਦਾ ਮੁੱਦਾ ਚੁੱਕ ਲਈਏ। ਜਦੋਂ ਕੁਝ ਨਹੀਂ ਲੱਭਦਾ, ਕਿਸੇ ਨਾ ਕਿਸੇ ਤਰ੍ਹਾਂ ਨੂੰ ਕਾਂਗਰਸੀਆਂ ਨੂੰ ਹਰਾਸ ਕਰਨ ਵਾਸਤੇ ਪੰਜਾਬ ਦੇ ਲੋਕਾਂ ਨੂੰ ਭੜਕਾਇਆ ਜਾਂਦਾ। ਇਸੇ ਬੇਸਿਸ ਤੇ ਆਲਰੇਡੀ ਸਾਡੇ ਸੁਖਜਿੰਦਰ ਰੰਧਾਵਾ ਜੀ ਪਾਰਟੀ ਦੇ ਕਹਿ ਚੁੱਕੇ ਨੇ ਕਿ ਵੈਸੇ ਤੇ ਸਟੇਟਮੈਂਟ ਗਲਤ ਦੱਸ ਰਹੇ ਨੇ, 52 ਲੱਖ ਦੀ ਜਗ੍ਹਾ ਉਹਦਾ 17 ਲੱਖ ਰੁਪਏ ਦੇ ਤਕਰੀਬਨ ਖਰਚਾ ਹੈਗਾ। ਪਹਿਲੇ ਤੇ ਉਹ ਜਸਟੀਫਾਈ ਕਰਨ ਸਹੀ ਤਰੀਕੇ ਨਾਲ, ਔਰ ਸਾਫ਼ ਤੌਰ ਤੇ ਉਹਨਾਂ ਨੇ ਕਿਹਾ ਹੈ ਕਿ ਨੋਟਿਸ ਭੇਜਣ ਮੈਨੂੰ, ਜੋ ਉਹਨਾਂ ਨੂੰ ਲੱਗਦਾ ਉਹਦਾ ਜਵਾਬ ਮੈਂ ਪੂਰੇ ਚੰਗੇ ਢੰਗ ਨਾਲ ਦਿਆਂਗਾ। ਔਰ ਜੇ ਅੱਗੇ ਲੱਗਿਆ ਵੀ ਉਹਨਾਂ ਨੂੰ ਤੇ ਆਉਣ ਵਾਲੇ ਸਮੇਂ ਤੇ ਹੋ ਸਕਦਾ ਉਹਨਾਂ ਤੇ ਵੀ ਕਾਰਵਾਈਆਂ ਕਰਨ ਵਾਸਤੇ ਅਪੀਲ ਕਰ ਸਕਣ ਕੋਰਟ ਦੇ ਵਿੱਚ। ਕੋਰਟ ਦਾ ਮਸਲਾ ਹੈ, ਜੇਲ੍ਹਾਂ ਦਾ ਮਸਲਾ ਹੈ। ਐਸੇ ਤਾਂ ਕਈ ਵਾਰੀ ਦੇਖ ਸਕਦੇ ਹਾਂ ਅਸੀਂ ਕਿ ਜਿਸ ਤਰ੍ਹਾਂ ਦੇ ਨਾਲ ਹਰਜੋਤ ਬੈਂਸ ਦੇ ਹੁੰਦੇ ਹੋਏ ਜਿਹੜੇ ਜੇਲ੍ਹ ਮੰਤਰੀ ਸੀਗੇ, ਉਹਨਾਂ ਦੇ ਹੁੰਦੇ ਹੋਏ ਕਿਸ ਤਰ੍ਹਾਂ ਗੈਂਗਸਟਰਾਂ ਦੇ ਇੱਥੇ ਅੰਦਰ ਬੈਠੇ ਜਿਹੜੇ ਇੰਟਰਵਿਊ ਚੱਲ ਰਹੇ ਸੀ,
ਉਹਦੇ ਲਈ ਕੌਣ ਜ਼ਿੰਮੇਵਾਰ ਹੈ, ਉਹਦੇ ਲਈ ਪੈਸੇ ਕੌਣ ਭਰੇਗਾ ਜਾਂ ਕਿੰਨੇ ਭਰਿਆ, ਕਿੰਨੇ ਖਰਚਾ ਚੁੱਕਿਆ ਉਹਦੇ ਲਈ। ਸੋ ਇਹ ਸਾਰੇ ਕੁਐਸਚਨ ਤੇ ਉਹਨਾਂ ਨੂੰ ਰਾਈਜ਼ ਕਰਨੇ ਬਣਦੇ ਨੇ। ਸਿਵਾਏ ਇਹਦੇ ਨਾ ਹਜੇ ਤੱਕ ਤੁਸੀਂ ਕੋਈ ਪ੍ਰੂਵ ਕਰ ਸਕੇ ਹੋ ਕਿਹੜੀਆਂ VIP ਸਿਕਿਉਰਿਟੀਜ਼ ਦਿੱਤੀਆਂ, ਕਿਹੜਾ ਕਲਚਰ ਪ੍ਰੋਵਾਈਡ ਕਰਾਇਆ। ਤੁਹਾਡੇ ਸਤਿੰਦਰ ਜੈਨ ਦਾ ਤੇ ਪਹਿਲੇ ਹੀ ਪਰਚਾ ਸਾਰਾ ਚਿੱਠਾ ਬਾਹਰ ਆ ਗਿਆ ਜਦੋਂ ਤਿਹਾੜ ਜੇਲ੍ਹ ਦੇ ਵਿੱਚ ਅੰਦਰ ਜਿਹੜੇ ਹੈਗੇ ਮੁਹੱਲਾ ਤਿਹਾੜ ਕਲੀਨਿਕ ਦੇ ਅੰਦਰ ਆਮ ਆਦਮੀ ਕਲੀਨਿਕ ਖੋਲ੍ਹੇ ਤੁਸੀਂ ਜੇਲ੍ਹ ਦੇ ਅੰਦਰ, ਉੱਥੇ ਉਹਨਾਂ ਦੇ ਮਸਾਜ ਚੱਲ ਰਹੇ ਨੇ, ਸਪਾ ਚੱਲ ਰਿਹਾ, ਪਤਾ ਨਹੀਂ ਕੀ ਚੱਲ ਰਿਹਾ। ਇਹ ਤਾਂ ਸਾਰੇ ਲੋਕਾਂ ਨੇ ਦੇਖਿਆ। ਹੁਣ ਅਸੀਂ ਜਿਸ ਚੀਜ਼ ਦਾ ਜਵਾਬ ਦੇਣਾ, ਕੋਈ ਗੱਲ ਨਹੀਂ, ਸਾਰਾ ਕੁਝ ਸੁਖਜਿੰਦਰ ਰੰਧਾਵਾ ਜੀ ਬੜੇ ਵਧੀਆ ਢੰਗ ਦੇ ਨਾਲ ਇਸ 'ਤੇ ਜਵਾਬ ਦੇਣਗੇ। ਔਰ ਇੱਕ ਗੱਲ ਮੈਂ ਹੋਰ ਦੱਸਾਂਗੀ ਮੈਡਮ ਤੁਹਾਨੂੰ, ਮੇਰਾ ਸਰਕਾਰ ਪੰਜਾਬ ਸਰਕਾਰ ਨੂੰ ਇਹ ਵੀ ਸਵਾਲ ਹੈਗਾ, ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਵੈਧ ਢੰਗ ਨਾਲ ਮਾਈਨਿੰਗ ਚਲਾਉਣ ਵਾਸਤੇ ਮੁਕੁਲ ਰੋਹਤਗੀ ਵਕੀਲ ਨੂੰ ਹਾਇਰ ਕੀਤਾ, ਜਿਹਨੂੰ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਲਗਾਈ। ਔਰ ਇਹ ਉਹੀ ਵਕੀਲ ਨੇ ਜਿਨ੍ਹਾਂ ਨੇ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਦਾ ਕੇਸ ਲੜਿਆ ਸੀਗਾ। ਐਸੀ ਕੀ ਨੌਬਤ ਆ ਗਈ ਕਿ ਤੁਸੀਂ ਸਪੈਸ਼ਲੀ ਪੰਜਾਬ ਦੇ ਵਿੱਚ ਡੀਸਿਲਟਿੰਗ ਦੇ ਨਾਮ ਤੇ ਤੁਸੀਂ ਮਾਈਨਿੰਗ ਚਲਾਉਣ ਵਾਸਤੇ ਉਹਨਾਂ ਨੂੰ ਹਾਇਰ ਕੀਤਾ। ਔਰ ਉਹਨਾਂ ਦੀ ਸਾਰੇ ਜਾਣਦੇ ਨੇ, ਉਹਨਾਂ ਵਕੀਲ ਦੀ ਜਿਹੜੀ ਹੀਅਰਿੰਗ ਦੀ ਫੀਸ ਹੈ ਘੱਟੋ ਘੱਟ 20 ਤੋਂ 25 ਲੱਖ ਰੁਪਏ ਦੇ ਕਰੀਬ ਹੈ। ਉਹ ਪੈਸਾ ਇਹਨਾਂ ਨੇ ਆਪਣੀ ਜੇਬ ਤੋਂ ਦਿੱਤਾ ਜਾਂ ਪੰਜਾਬ ਦੇ ਖਜ਼ਾਨੇ ਚੋਂ ਦਿੱਤਾ। ਔਰ ਇੱਕ ਹੋਰ ਗੱਲ, ਪੰਜਾਬ ਦੇ ਵਿੱਚ ਇਹਨਾਂ ਨੇ ਜਦੋਂ ਹਾਈ ਕੋਰਟ ਦੇ ਵਿੱਚ ਦੁਬਾਰਾ ਕੇਸ ਲੜਿਆ, ਉਸ ਤੋਂ ਬਾਅਦ ਜਦੋਂ ਸੀਨੀਅਰ ਐਡਵੋਕੇਟ ਫਿਰ ਹਾਇਰ ਕੀਤੇ ਮੱਧ ਪ੍ਰਦੇਸ਼ ਤੋਂ, ਇੱਕ ਬੰਬੇ ਤੋਂ, ਇੱਕ ਮੱਧ ਪ੍ਰਦੇਸ਼ ਤੋਂ। ਲੇਕਿਨ ਇਹ ਵਕੀਲ ਜਿਹੜੇ ਨੇ ਪਹਿਲਾਂ ਪ੍ਰਾਈਵੇਟਲੀ ਜਿਹੜੇ ਹਾਇਰ ਹੁੰਦੇ ਰਹੇ ਨੇ, ਉਹ ਕਾਂਗਰਸ ਦੇ ਵੇਲੇ 'ਚ ਵੀ ਹੁੰਦੇ ਰਹੇ ਨੇ। ਉਹ ਵੀ ਆਪਾਂ ਸਵੇਰੇ ਵੀ ਗੱਲ ਕਰ ਰਹੇ ਸੀਗੇ, ਭਾਵੇਂ ਉਸ ਵਕਤ ਉਤਾਰ ਚੜਾਅ ਬਹੁਤ ਆਏ ਨੇ, ਲੇਕਿਨ ਪ੍ਰਾਈਵੇਟ ਵਕੀਲ ਤਾਂ ਤਦ ਵੀ ਹੁੰਦੇ ਰਹੇ ਨੇ ਨਾ, ਵੱਡੇ ਵੱਡੇ ਉਹਨਾਂ ਦੇ ਖਰਚੇ ਵੀ ਨਿਕਲਦੇ ਰਹੇ ਨੇ। ਪਰ ਮੈਡਮ ਸਿਰਫ ਔਰ ਸਿਰਫ ਜੈਨੂਅਨ ਲੋਕਾਂ ਦੇ ਮੁੱਦੇ ਤੇ, ਜਿੱਥੇ ਵਾਕਈ ਲੱਗੇ ਕਿ ਪੰਜਾਬ ਦੇ ਹਿੱਤ ਲਈ ਕੰਮ ਹੁੰਦਾ ਪਿਆ, ਫਿਰ ਜਾ ਕੇ ਕਾਂਗਰਸ ਨੂੰ ਜਦੋਂ ਕੋਈ ਲੱਗੇ ਕਿ ਹੁਣ ਕੋਈ ਸਾਧਨ ਨਹੀਂ ਬਚਿਆ, ਫਿਰ ਇਹ ਡਿਸੀਜਨ ਲਈ ਜਾਂਦੇ। ਇਦਾਂ ਨਹੀਂ, ਅਵੈਧ ਢੰਗ ਨਾਲ ਕੰਮ ਕਰਾਉਣ ਵਾਸਤੇ ਕਦੀ ਨਜਾਇਜ਼ ਪੈਸਾ ਦਾ ਪੰਜਾਬ ਦੇ ਸੂਬੇ ਦਾ ਖਰਚ ਨਹੀਂ ਕੀਤਾ ਗਿਆ, ਜਿਸ ਤਰ੍ਹਾਂ ਆਮ ਆਦਮੀ ਪਾਰਟੀ ਖਰਚ ਕਰ ਰਹੀ ਹੈ। 3 ਵਿਜ਼ਿਟ ਉਹਨਾਂ ਦੀਆਂ ਹੋਈਆਂ। ਉਸ ਤੋਂ ਬਾਅਦ ਇੱਕ ਅਸ਼ੋਕ ਕੁਮਾਰ ਤਨਖਾ ਜੀ ਮੱਧ ਪ੍ਰਦੇਸ਼ ਤੋਂ ਜਿਹੜੇ ਸੀਨੀਅਰ ਐਡਵੋਕੇਟ ਨੇ, ਉਹਨਾਂ ਨੂੰ ਇਹਨਾਂ ਨੇ ਇੱਥੇ ਬੁਲਾਇਆ, ਉੱਥੋਂ ਫਟਕਾਰਾਂ ਖਾਧੀਆਂ ਔਰ ਦੋਨੋਂ ਕੇਸ ਹਾਰੇ। ਜਿੱਥੇ ਅੱਜ ਵੀ ਪੰਜਾਬ ਦੇ ਵਿੱਚ ਮਾਈਨਿੰਗ ਦਾ ਇੰਨਾ ਬੁਰਾ ਹਾਲ ਹੋਇਆ ਪਿਆ ਕਿ ਆਂਦੇ ਇਹਨਾਂ ਨੇ ਪੰਜਾਬ ਦੇ ਵਿੱਚ ਮਾਈਨਿੰਗ ਇੰਡਸਟਰੀ ਨੂੰ ਬਿਲਕੁਲ ਜ਼ੀਰੋ ਕਰ ਦਿੱਤਾ। ਔਰ ਇਹੀ ਹਾਲ ਰਿਹਾ। ਇਹ ਵੀ ਜਵਾਬ ਦੇ ਦੇਣ, ਘੱਟੋ ਘੱਟ 80 ਤੋਂ 90 ਲੱਖ ਰੁਪਏ ਜਿਹੜਾ ਉਹਨਾਂ ਵਕੀਲਾਂ ਦੇ ਖਰਚੇ ਆ, ਉਹ ਪੈਸਾ ਕਿੱਥੇ ਹੈ? ਉਹ ਕਿੱਥੋਂ ਆਇਆ? ਤੁਹਾਡੀ ਜੇਬ 'ਚੋਂ ਆਇਆ ਜਾਂ ਪੰਜਾਬ ਦੇ ਖਜ਼ਾਨੇ 'ਚੋਂ ਦਿੱਤਾ ਤੁਸੀਂ? ਸਿਰਫ ਸੁਖਜਿੰਦਰ ਰੰਧਾਵਾ ਨਹੀਂ, ਕਾਂਗਰਸ ਦੇ ਹੋਰ ਬੜੇ ਲੀਡਰ ਰਿਡਾਰ ਤੇ ਨੇ, ਕਿਉਂਕਿ ਪਹਿਲਾਂ ਭਾਰਤ ਭੂਸ਼ਣ ਆਸ਼ੂ ਜੇਲ੍ਹ ਦੇ ਵਿੱਚ ਰਹੇ ਨੇ। ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਉੱਤੇ ਵੀ ਬਹੁਤ ਸਾਰੇ ਇਲਜ਼ਾਮ ਜਿਹੜੇ ਨੇ ਉਹ ਲੱਗਦੇ ਰਹੇ ਨੇ। ਜਿਵੇਂ ਤੁਸੀਂ ਪਹਿਲਾਂ ਇੱਕ ਖਿਡਾਰੀ ਦਾ ਮਸਲਾ ਸੀ, ਉਹਦੀ ਗੱਲ ਕੀਤੀ। ਗੋਆ ਦੇ ਵਿੱਚ ਇੱਕ ਲੈਂਡ ਹੈ, ਉਹਦੇ ਵੀ ਬੜਾ ਇਸ ਵਕਤ ਵਿਵਾਦਾਂ ਦੇ ਵਿੱਚ ਹੈਗੀ ਹੈ। ਕੀ ਲੱਗਦਾ ਕਿ ਸਾਰੇ ਇਲਜ਼ਾਮਾਤ ਜਿਹੜੇ ਨੇ ਉਹ ਕਾਂਗਰਸ ਦੇ ਉੱਤੇ ਹੀ ਕਿਉਂ ਆ ਰਹੇ ਨੇ? ਦੇਖੋ, ਹੋਰ ਕੋਈ ਚਾਰਾ ਨਹੀਂ ਬਚਿਆ ਇਹਨਾਂ ਕੋਲੋਂ। ਰੀਸੈਂਟ ਪੰਜਾਬ ਦੇ ਵਿੱਚ ਸਾਡੀ ਹੁਣੇ ਸਰਕਾਰ ਹੋ ਕੇ ਹਟੀ ਹੈ, ਠੀਕ ਹੈ ਜੀ। ਔਰ ਜਿਸ ਤਰ੍ਹਾਂ ਦੇ ਨਾਲ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਵਾਸਤੇ ਪੰਜਾਬ ਦੇ ਵਿੱਚ ਕਾਂਗਰਸ ਦੇ ਉੱਤੇ ਤਾਵਾ ਤੋੜਦੇ ਹੋਏ ਨਜ਼ਰ ਆ ਰਹੇ ਨੇ। ਔਰ ਹੁਣ 1.5 ਸਾਲ ਹੋ ਗਿਆ, ਐਡਮਿਨਿਸਟ੍ਰੇਸ਼ਨ ਤੁਹਾਡੀ, ਪੁਲਿਸ ਤੁਹਾਡੀ, ਸਾਰੀ ਵਿਜੀਲੈਂਸ ਤੁਹਾਡੀ, ਤੁਸੀਂ ਹਜੇ ਤੱਕ ਕਿਸੇ ਦੀ ਕਨਵਿਕਸ਼ਨ ਨਹੀਂ ਸਾਬਿਤ ਕਰ ਪਾਏ। ਔਰ ਕੇਸ ਐਸੇ ਲਗਾਏ ਜਾਂਦੇ ਨੇ, IPC ਦੀਆਂ ਧਾਰਾਂ ਐਸੀਆਂ ਲਗਾਈਆਂ ਜਾਂਦੀਆਂ ਨੇ ਜਿਸ ਦੇ ਉੱਪਰ ਇਲਜ਼ਾਮ ਲਗਾਏ ਜਾਂਦੇ, ਉਹ ਧਾਰਾਵਾਂ ਤੇ ਬਣਦੀਆਂ ਨਹੀਂ। ਉਹ ਸਿਰਫ ਔਰ ਸਿਰਫ ਕਾਂਗਰਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ, ਕਿਉਂਕਿ ਅੰਦਰ ਖਾਤੇ ਜਦੋਂ ਤੁਸੀਂ ਡਿਟੇਲ ਛਾਨੋਗੇ ਕਿ ਇਸ ਉੱਪਰ ਕਿਸ ਤੌਰ ਤੇ ਪਰਚਾ ਕੀਤਾ ਗਿਆ, ਕਿਹੜੀ ਧਾਰਾ ਲਗਾਈ ਗਈ, ਉਹ ਧਾਰਾਵਾਂ ਬਣਦੀਆਂ ਹੀ ਨਹੀਂ ਹੈ ਅਕੋਰਡਿੰਗ ਟੂ ਦ ਲਾਅ। ਔਰ ਜਦੋਂ ਜੱਜ ਦੇ ਸਾਹਮਣੇ ਇਹ ਕੇਸ ਲੈ ਕੇ ਜਾਂਦੇ ਨੇ, ਮਾਨਯੋਗ ਜੱਜ ਸਾਹਿਬ ਸਾਹਮਣੇ, ਤੇ ਫਿਰ ਕੀ ਸੁਣਨ ਨੂੰ ਮਿਲਦਾ? ਫਟਕਾਰਾਂ ਸੁਣਨ ਨੂੰ ਮਿਲਦੀਆਂ। ਐਬਰੇਸ਼ਨ ਜੈਸੇ ਵਰਡ ਯੂਜ਼ ਕੀਤੇ ਜਾਂਦੇ ਆ ਕਿ ਇਹ ਸਰਕਾਰ ਦੀ ਬੁੱਧੀ ਭ੍ਰਿਸ਼ਟ ਹੋ ਚੁੱਕੀ ਹੈ ਕਿ ਤੁਸੀਂ ਕੈਸੇ ਕੇਸ ਮੇਰੇ ਕੋਲ ਲੈ ਕੇ ਆਉਂਦੇ ਹੋ। ਸੋ ਅਸੀਂ ਤਾਂ ਸੁਣ ਲੈਂਦੇ ਆ ਕਿ ਉੱਤੇ ਪਰਚਾ ਕਰ ਦਿੱਤਾ ਜਾਂ ਉੱਤੇ ਇਨਕੁਆਇਰੀ ਬਿਠਾ ਦਿੱਤੀ, ਪਰ ਅੰਦਰ ਦੀ ਗੱਲ ਜਿਹੜੀ ਹੈਗੀ ਉਹ ਕਰੋੜਾਂ ਲੋਕਾਂ ਤੱਕ ਨਹੀਂ ਪਹੁੰਚਦੀ। ਇਸ ਤੋਂ ਇਹ ਸਿਰਫ ਔਰ ਸਿਰਫ ਢੋਂਗ ਰਚਣ ਲਈ ਔਰ ਕਾਂਗਰਸੀਆਂ ਨੂੰ ਬਦਨਾਮ ਕਰਨ ਲਈ ਚਾਲ ਚਲੀ ਜਾ ਰਹੀ ਹੈ। ਦੂਜੇ ਪਾਸੇ ਕਾਂਗਰਸ ਦੀ ਅੱਜ ਮੀਟਿੰਗਸ ਦਾ ਦੌਰ ਚੱਲ ਰਿਹਾ ਆ। ਸਾਰੇ ਜਿਹੜੇ ਜ਼ਿਲ੍ਹਾ ਪ੍ਰਭਾਰੀ ਨੇ ਉਹਨਾਂ ਨੂੰ ਵੀ ਬੁਲਾਇਆ ਗਿਆ, ਪ੍ਰਧਾਨਾਂ ਨੂੰ ਵੀ ਬੁਲਾਇਆ ਗਿਆ, ਉਸ ਤੋਂ ਬਾਅਦ ਸਪੋਕਸਪਰਸਨਸ ਨੂੰ ਵੀ ਨਾਲ ਸੱਦਿਆ ਜਾ ਰਿਹਾ ਆ। ਕੀ ਇਹਦੇ ਪਿੱਛੇ ਦਾ ਏਜੰਡਾ ਕੀ ਹੈ? ਕੀ 2024 ਦੀ ਰਣਨੀਤੀ ਕੀ ਹੋਣੀ ਚਾਹੀਦੀ ਹੈ, ਉਹ ਤੈਅ ਕੀਤੀ ਜਾ ਰਹੀ ਹੈ? ਦੇਖੋ ਮੈਮ, ਅਸੀਂ ਇੱਥੇ ਆਏ ਆ, ਸਾਡੀ ਟਾਈਮਿੰਗ ਜਿਹੜੀ ਹੈਗੀ ਵੀ ਆਰ ਵੇਟਿੰਗ ਫॉर दैट। ਪਿਛਲੀ ਮੀਟਿੰਗਸ ਦੇ ਵਿੱਚ ਕੀ ਡਿਸਕਸ਼ਨਸ ਹੋਇਆ ਇਹਦੇ ਬਾਰੇ ਹਰ ਕੋਈ ਆਪਣਾ ਸੈਗਮੈਂਟ ਦਾ ਧਿਆਨ ਰੱਖਦਾ, ਬਟ ਯੈਸ ਆਉਣ ਵਾਲੇ ਸਮੇਂ ਦੇ ਵਿੱਚ ਔਰ ਪ੍ਰੈਜ਼ੈਂਟ ਟਾਈਮ 'ਚ ਪੰਜਾਬ ਦੇ ਲੋਕਾਂ ਨਾਲ ਕੀ ਹੋ ਰਿਹਾ ਔਰ ਕਿੰਨੇ ਹੱਦ ਤੱਕ ਆਵਾਜ਼ ਚੁੱਕਣੀ ਚਾਹੀਦੀ, ਔਰ ਕਿਹੜੇ ਕੋਈ ਐਸੇ ਚੈਨਲਸ ਨੇ ਜਿਹੜੀ ਅੱਜ ਵੀ ਸਾਡੀ ਜਿਹੜੀ ਓਪੋਜੀਸ਼ਨ ਦੀ ਆਵਾਜ਼ ਚੁੱਕਣ ਵਿੱਚ ਸਾਥ ਨਹੀਂ ਦੇ ਰਹੀ। ਉਸ ਚੀਜ਼ ਦੀ ਸਾਰੀ ਪਲੈਨਿੰਗ ਕੀਤੀ ਜਾ ਰਹੀ ਹੈ ਕਿ ਬਲਾਕ ਲੈਵਲ ਤੋਂ ਲੈ ਕੇ ਡਿਸਟ੍ਰਿਕਟ ਲੈਵਲ ਤੋਂ ਲੈ ਕੇ ਕਿਸ ਤਰੀਕੇ ਨਾਲ ਇਸ ਮੀਡੀਆ ਨੂੰ ਮਜ਼ਬੂਤ ਕੀਤਾ ਜਾ ਸਕੇ, ਤਾਂ ਕਿ ਘਰ ਘਰ ਤੱਕ ਇਹ ਚੀਜ਼ਾਂ ਪਹੁੰਚ ਸਕਣ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਿਸ ਹੱਦ ਤੱਕ ਧੱਕਾ ਕਰਦੀ ਹੋਈ ਨਜ਼ਰ ਆ ਰਹੀ ਹੈ। ਦੂਜੇ ਪਾਸੇ UCC ਇੱਕ ਬਹੁਤ ਵੱਡਾ ਮਸਲਾ ਇਸ ਵਕਤ ਬਣਿਆ ਹੋਇਆ ਆ, ਬਹੁਤ ਸਾਰੇ ਵਿਵਾਦ ਵੀ ਇਹਦੇ ਉੱਤੇ ਹੋ ਰਹੇ ਨੇ, ਲੇਕਿਨ ਜਿਸ ਪ੍ਰਧਾਨ ਮੰਤਰੀ ਨੇ ਵੀ ਉਹਦਾ ਕਿਤੇ ਨਾ ਕਿਤੇ ਸਮਰਥਨ ਕੀਤਾ ਆ, ਹੋਰ ਬਥੇਰੇ ਲੋਕਾਂ ਨੇ ਉਹਦਾ ਸਮਰਥਨ ਕੀਤਾ, ਉੱਥੇ ਕਾਂਗਰਸ ਦਾ ਕੀ ਪੱਖ ਹੋਣਾ ਚਾਹੀਦਾ
ਚਾਹੀਦਾ ਹੈ, ਜਾਂ ਕੀ ਸਮਝਦੇ ਹੋ ਕਿ UCC ਪੰਜਾਬ ਵਰਗੇ ਇੱਕ ਪ੍ਰਦੇਸ਼ ਦੇ ਵਿੱਚ ਲਾਗੂ ਹੋਣ ਵਾਲੀ ਚੀਜ਼ ਹੈਗੀ ਹੈ ਜਾਂ ਸੌਖੀ ਹੋਏਗੀ ਲਾਗੂ ਕਰਨੀ? ਦੇਖੋ ਪ੍ਰਧਾਨ ਮੰਤਰੀ ਜੀ ਨੂੰ ਮੈਨੂੰ ਲੱਗਦਾ ਪੰਜਾਬ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਜਿੱਥੇ 13 ਸੀਟਾਂ ਦੀਆਂ ਜੇ ਗੱਲ ਕੀਤੀ ਜਾਵੇ, ਜਿਸ ਹਿਸਾਬ ਦੇ ਕਿਸਾਨਾਂ ਨਾਲ ਇਹਨਾਂ ਨੇ ਧੱਕਾ ਕੀਤਾ ਔਰ ਉਹ ਕਿਸਾਨਾਂ ਦੀਆਂ ਸ਼ਹਾਦਤਾਂ ਨੂੰ ਉਸ ਚੀਜ਼ ਤੋਂ ਉਭਰਨਾ, ਇਟ ਵਿਲ ਟੇਕ ਮੋਰ ਟਾਈਮ, ਬਹੁਤ ਟਾਈਮ ਲੱਗੇਗਾ। ਜਿਸ ਕਰਕੇ ਮੈਨੂੰ ਲੱਗਦਾ ਹੈ ਕਿ ਹੁਣ ਜੋ ਅਕਾਲੀ ਦਲ ਨੇ ਭਾਜਪਾ ਸਰਕਾਰ ਨਾਲ ਕੀਤਾ ਜਾਂ ਆਪਣਾ ਗਠਬੰਧਨ ਤੋੜਿਆ ਬਿਨਾਂ ਕੋਈ ਡਿਸਕਸ਼ਨ ਕੀਤੇ, ਜਾਂ ਜੋ ਵੀ ਉਹਨਾਂ ਦੇ ਮਨ ਦੇ ਵਿੱਚ ਕੋਈ ਹੋਏਗਾ, ਅੱਜ ਉਹ ਕਿਸਾਨ ਦੇ ਜਿਹੜੇ ਹੈਗੇ ਜਥੇਦਾਰੀਆਂ ਦੇ ਨਾਲ ਚੱਲਦੇ ਹੋਏ ਨਜ਼ਰ ਆ ਰਹੇ ਨੇ। ਸੋ ਆਈ ਥਿੰਕ ਪੰਜਾਬ ਦੇ ਵਿੱਚ ਮਾਈਨੋਰਿਟੀਜ਼ ਨੂੰ ਇੱਥੇ ਡਾਇਰੈਕਟਲੀ ਜਿਹੜਾ ਹੈਗਾ ਹਿੱਟ ਕੀਤਾ ਜਾ ਰਿਹਾ। ਪੰਜਾਬ ਇੱਕ ਐਸਾ ਸੂਬਾ ਜਿੱਥੇ ਹਰ ਵਰਗ ਦੇ ਲੋਕ ਰਹਿੰਦੇ ਨੇ, ਚਾਹੇ ਮੁਸਲਿਮ ਕਮਿਊਨਿਟੀ ਹੈ, ਸਿੱਖ ਕਮਿਊਨਿਟੀ, ਹਿੰਦੂ, ਹਰ ਕੋਈ ਇੱਕੋ ਹੀ ਭਾਵਨਾ ਨਾਲ ਇੱਥੇ ਰਹਿੰਦੇ ਨੇ। ਉਹਨਾਂ ਤੇ ਠੇਸ ਪਹੁੰਚੇਗੀ ਅਗਰ ਇਹ ਚੀਜ਼ ਲੱਗੇ, ਕਿਉਂਕਿ ਅੱਜ ਵੀ ਜੇ ਅਸੀਂ ਹਿੰਦੂ ਮੈਰਿਜ ਐਕਟ ਦੀ ਗੱਲ ਕਰੀਏ ਜਾਂ ਫਿਰ ਰੀਸੈਂਟਲੀ ਅਸੀਂ ਸੁਣਨ ਨੂੰ ਮਿਲੇ ਸੀਗਾ ਆਨੰਦ ਕਾਰਜ ਐਕਟ ਦੀ ਵੀ ਗੱਲ ਸੁਣਨ ਨੂੰ ਮਿਲੀ ਸੀ। ਉਸ ਬੇਸਿਸ ਤੇ ਹਰ ਕਿਸੇ ਦੀਆਂ ਆਪਣੀਆਂ ਆਪਣੀਆਂ ਭਾਵਨਾਵਾਂ ਹੈਗੀਆਂ। ਅੱਜ ਵੀ ਜੇ ਸਿੱਖ ਧਰਮ ਦੇ ਵਿੱਚ ਕੋਈ ਡਾਈਵੋਰਸ ਹੁੰਦਾ ਤਾਂ ਉਹਨੂੰ ਹਿੰਦੂ ਐਕਟ ਵੱਲ ਪਾਸੇ ਜਾਣਾ ਪੈਂਦਾ, ਜਿਹਦੇ ਤੇ ਹਰ ਕਿਸੇ ਦੀਆਂ ਆਪਣੀਆਂ ਆਪਣੀਆਂ ਸੋਚ ਨੇ, ਵਿਚਾਰ ਨੇ, ਆਸਥਾਵਾਂ ਨੇ। ਇਸ ਤੇ ਆਈ ਥਿੰਕ ਉਹਨਾਂ ਨਾਲ ਕੰਸੈਂਟ ਲੈ ਕੇ ਉਹਨਾਂ ਦੇ ਵਿੱਚ ਵਿਚਾਰ ਚਰਚਾ ਕਰਕੇ ਜੇ ਇਹ ਚੀਜ਼ ਲਿਆਂਦੀ ਜਾਂਦੀ ਤੇ ਬਹੁਤ ਵਧੀਆ ਸੀਗਾ। ਹੁਣ ਆਮ ਆਦਮੀ ਪਾਰਟੀ ਦੇ ਜਿਹੜੇ ਰਾਜ ਸਭਾ ਮੈਂਬਰ ਨੇ, ਜਿਹੜੇ ਬਾਹਰੋਂ ਆਏ ਨੇ, ਪੰਜਾਬ ਦੇ ਵੀ ਨਹੀਂ ਹੈਗੇ ਔਰ ਨਾ ਹੀ ਲੋਕਾਂ ਨੇ ਉਹਨਾਂ ਨੂੰ ਮੌਕਾ ਦੇਣ ਵਾਸਤੇ ਅੱਗੇ ਲਿਆਂਦਾ ਸੀ, ਪਰ ਫਿਰ ਵੀ ਪਾਰਟੀ ਨੇ ਸੰਦੀਪ ਪਾਠਕ ਜੀ ਨੂੰ ਮੌਕਾ ਦਿੱਤਾ ਕਿ ਤੁਸੀਂ ਅੱਗੇ ਆਓ। ਅੱਜ ਉਹ ਸਟੇਟਮੈਂਟਾਂ ਦੇ ਰਹੇ ਨੇ ਯੂਨੀਫਾਰਮ ਸਿਵਲ ਕੋਡ ਦੇ ਉੱਤੇ ਕਿ ਉਹਨਾਂ ਦਾ ਫਰਜ਼ ਨਹੀਂ ਸੀ ਬਣਦਾ ਕਿ ਪੰਜਾਬ ਨੇ ਐਡਾ ਵੱਡਾ ਮੈਂਡੇਟ ਦਿੱਤਾ ਤੁਹਾਨੂੰ, ਸ਼ਾਇਦ ਪਹਿਲੇ ਉਹਨਾਂ ਨਾਲ ਡਿਸਕਸ ਕਰਕੇ, ਵਿਚਾਰ ਚਰਚਾ ਕਰਕੇ, ਉਹਨਾਂ ਨਾਲ ਗੱਲ ਕਰਕੇ ਪੁੱਛਦੇ ਸਹੀ ਕਿ ਪੰਜਾਬ ਦੇ ਲੋਕ ਚਾਹੁੰਦੇ ਕੀ ਹੈ। ਸਿੱਧੇ ਕਹਿ ਦਿੱਤਾ ਕਿ ਹਾਂਜੀ ਅਸੀਂ ਸਮਰਥਨ ਕਰਦੇ ਹਾਂ ਔਰ ਸਾਨੂੰ ਚਾਹੀਦਾ ਇਹ ਐਕਟ ਲਾਗੂ ਹੋਣਾ ਚਾਹੀਦਾ। ਸੋ ਆਈ ਥਿੰਕ ਇਹ BJP ਦੀ B ਟੀਮ ਦੇ ਤੌਰ ਤੇ ਹੀ ਕੰਮ ਕਰ ਰਹੀ, ਉਹਨਾਂ ਦੀਆਂ ਚਾਲਾਂ ਚੱਲਦੇ ਹੋਏ ਨਜ਼ਰ ਆ ਰਹੇ ਨੇ, ਜਿੱਥੇ ਆਈ ਥਿੰਕ ਅੱਜ ਪੰਜਾਬ ਜਿਹੜਾ ਹੈਗਾ ਬਹੁਤ ਹੀ ਨਿਹੱਤਾ ਫੀਲ ਕਰ ਰਿਹਾ ਔਰ ਜਿਨ੍ਹਾਂ ਨੂੰ ਮੌਕਾ ਦਿੱਤਾ ਹੈ ਔਰ ਅੱਜ ਹਰ ਮਾਈਨੋਰਿਟੀ ਵਰਗ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ। ਤੁਸੀਂ ਹੁਣੇ ਕਿਹਾ ਕਿ ਕਿਤੇ ਨਾ ਕਿਤੇ ਪੰਜਾਬ ਆਪਣੇ ਆਪ ਨੂੰ ਨਿਹੱਥਾ ਫੀਲ ਕਰ ਰਿਹਾ ਆ। ਕੀ ਲੱਗਦਾ ਕਿ ਪੰਜਾਬ ਦੇ ਵਿੱਚ ਇਸ ਵਕਤ ਆਪੋਜੀਸ਼ਨ ਉਨੀ ਸਟਰੋਂਗ ਖੜੀ ਹੈ ਕਿ ਪੰਜਾਬ ਵਾਸੀਆਂ ਵਾਸਤੇ ਬੋਲ ਸਕੇ? ਲੱਗਦਾ ਤੁਹਾਨੂੰ ਕਿ ਪੰਜਾਬ ਕਾਂਗਰਸ ਉਸ ਥਾਂ ਤੇ ਇਸ ਵਕਤ ਹੈਗੀ ਹੈ ਕਿ ਆਪਸ ਦੀ ਜਿਹੜੀਆਂ ਰੰਜਿਸ਼ਾਂ ਨੇ ਉਹ ਦੂਰ ਹੋ ਕੇ ਉਸ ਲੈਵਲ ਤੇ ਖੜੀ ਹੋਏਗੀ ਕਾਂਗਰਸ? ਨਹੀਂ, ਕਾਂਗਰਸ ਦੀ ਕੋਈ ਆਪਸੀ ਰੰਜਿਸ਼ ਨਹੀਂ ਹੈਗੀ। ਹਰ ਕੋਈ ਇਕੱਠੇ ਮਿਲ ਕੇ ਕੰਮ ਕਰ ਰਿਹਾ, ਚਾਹੇ ਲੀਡਰ ਆਫ ਆਪੋਜੀਸ਼ਨ ਹੋਣ, ਐਕਸ ਮਿਨਿਸਟਰਸ ਹੋਣ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਹਰ ਕਿਸੇ ਦੀ ਸਹਿਮਤੀ ਨਾਲ ਚੱਲ ਰਹੇ ਨੇ। ਇਹ ਸਿਰਫ ਰਿਊਮਰਸ ਫੈਲਾਏ ਜਾ ਰਹੇ ਨੇ, ਪਰ ਪ੍ਰੋਬਲਮ ਇੱਥੇ ਆ ਰਹੀ ਹੈ ਆਪੋਜੀਸ਼ਨ ਦੇ ਸਵਾਲ ਚੁੱਕਣ ਦੇ ਬਾਵਜੂਦ ਵੀ ਅੱਜ ਕੋਈ ਐਕਸ਼ਨ ਲੈਂਦਾ ਹੋਇਆ ਨਜ਼ਰ ਨਹੀਂ ਆ ਰਿਹਾ, ਚਾਹੇ ਸੈਂਟਰ ਗਵਰਨਮੈਂਟ ਹੀ ਕਿਉਂ ਨਾ ਹੋਵੇ। ਔਰ ਅੱਜ ਤੁਸੀਂ ਦੇਖ ਲਓ ਗਵਰਨਰ ਸਾਹਿਬ ਡਾਇਰੈਕਟ ਸਰਕਾਰ ਨੂੰ ਆਰਡਰ ਦੇ ਰਹੇ ਨੇ ਕਿ ਇਹ ਕਟਾਰੂ ਚੱਕ ਨੂੰ ਇਹਨੂੰ ਜਲਦ ਤੋਂ ਜਲਦ ਬਰਖਾਸਤ ਕੀਤਾ ਜਾਵੇ। ਅੱਜ ਗਵਰਨਰ ਸਾਹਿਬ ਦੀ ਨਹੀਂ ਸੁਣੀ ਜਾ ਰਹੀ ਤੇ ਸਾਡੀ ਓਪੋਜੀਸ਼ਨ ਦੀ ਤੇ ਸੁਣਨੀ ਮੈਨੂੰ ਲੱਗਦਾ ਦੂਰ ਦੀ ਗੱਲ ਹੀ ਰਹਿ ਗਈ। ਸੋ ਓਪੋਜੀਸ਼ਨ ਆਪਣਾ ਕੰਮ ਬਖੂਬੀ ਨਿਭਾ ਰਹੀ ਹੈ, ਬਟ ਉੱਤੇ ਐਕਸ਼ਨ ਕਰਨ ਵਾਲੇ ਅੱਗੇ ਆ ਕੇ ਕੰਮ ਕਰਦੇ ਨਜ਼ਰ ਆਣੇ ਚਾਹੀਦੇ। ਬਿਲਕੁਲ, ਅਸੀਂ ਜਿਹੜੇ ਕਾਂਗਰਸ ਦੇ ਸਪੋਕਸਪਰਸਨ ਨੇ ਟੀਨਾ ਚੌਧਰੀ, ਉਹਨਾਂ ਦੇ ਨਾਲ ਗੱਲਬਾਤ ਕੀਤੀ ਔਰ ਉਹਨਾਂ ਨੇ ਕਾਂਗਰਸ ਦੇ ਪੱਖ ਨੂੰ ਜਿਹੜਾ ਆ ਉਹ ਸਪਸ਼ਟ ਰੱਖਿਆ ਆ ਕਿ ਭਾਵੇਂ ਜੋ ਮਰਜ਼ੀ ਹੋ ਜਾਣ, ਜਿਹੜੇ ਇਲਜ਼ਾਮ ਇਸ ਵਕਤ ਸੁਖਜਿੰਦਰ ਰੰਧਾਵਾ ਤੇ ਲਗਾਏ ਗਏ ਨੇ ਉਹਨਾਂ ਦਾ ਜਵਾਬ ਵੀ ਦਿੱਤਾ ਜਾਏਗਾ ਔਰ ਨਾਲ ਦੇ ਨਾਲ UCC ਐਕਟ ਦੇ ਬਿਲਕੁਲ ਵਿਰੋਧ ਦੇ ਵਿੱਚ ਬੋਲੇ ਨੇ। ਕਹਿੰਦੇ ਕਿ UCC ਐਕਟ ਪੰਜਾਬ ਵਰਗੇ ਪ੍ਰਦੇਸ਼ ਦੇ ਵਿੱਚ ਲਾਗੂ ਨਹੀਂ ਹੋਣਾ ਚਾਹੀਦਾ, ਇਹਦੇ ਉੱਤੇ ਪੂਰਾ ਵਿਚਾਰ ਚਰਚਾ ਹੋਣੀ ਚਾਹੀਦੀ ਹੈ, ਉਸ ਤੋਂ ਬਾਅਦ ਕਿਸੇ ਕਨਕਲੂਜਨ ਤੇ ਪਹੁੰਚਣਾ ਚਾਹੀਦਾ ਹੈ। ਕੈਮਰਾ ਤੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਂ ਅਨੂਜਾ ਸ਼ਰਮਾ, ਤੁਸੀਂ ਦੇਖਦੇ ਰਹੋ ਗਲੋਬਲ ਪੰਜਾਬ TV। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ TV ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।